ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਾਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰੋ ਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਜ ਵਿਕਾਰ। ਇਹ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਨਾਸਨ ਸੋ ਸਜਣ ਸੱਚਾ ਪਾਤਸ਼ਾਹ। ਸਿਰ ਸਾਹਾਂ ਸਾਹ ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵਿਸਾਹ। ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਜਥਾ ਸਗਰ ਕੇ ਸੁਧ ਅਹੰਕਾਰੇ ਗਿਨੇ ਨ ਕਾਹੂ ਅਮਨ ਮਲਾਰੇ। ਜਥਾ ਸਗਰ ਕੇ ਸੁਧ ਅਹੰਕਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਚਿੱਤ ਕਰਤਿਆਂ ਇਕਾਗਰ ਕਰੀਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ, ਉਹਨਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਪ੍ਰੇਮੀ ਜਨੋ ਆਪੋ ਆਪਣੇ ਮਨਾਂ ਨੂੰ ਜੋੜ ਕੇ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਪ੍ਰੇਮੀ ਜਨੋ ਆਪੋ ਆਪਣਾ ਜਨਮ ਸਫਲਾ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਦੀਵਾਨ ਆਰੰਭ ਹੋਏ। ਆਰੰਭ ਵਿੱਚ ਆਪ ਜੀ ਨੇ ਸ੍ਰੀ ਰਹਿਰਾਸ ਜੀ ਦੇ ਪਾਠ ਸਰਵਣ ਕੀਤੇ। ਉਪਰੰਤ ਸਤਸੰਗੀ ਜਨੋ ਗੁਰੂ ਘਰ ਦੇ ਹਜ਼ੂਰੀ ਰਾਗੀ ਜਥਾ ਕੀਰਤਨੀ ਜਥੇ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਕੁਝ ਸਮਾਂ ਚੱਲ ਰਹੇ ਨਿਤਨੇਮ ਅਨੁਸਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਚਿੰਤਾ ਪ੍ਰਤੀ ਸ੍ਰੀ ਗੁਰਪ੍ਰਤਾਪ ਸੂਰਤ ਦੀ ਕਥਾ ਹੁੰਦੀ ਹੈ, ਜੋ ਆਪ ਜੀ ਨੇ ਪਰਸੋਂ ਦੇ ਦੀਵਾਨ ਵਿੱਚ ਸਰਵਣ ਕੀਤਾ ਸੀ ਕਿ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਉੱਤੇ ਰਤਨ ਚੰਦ ਜੋ ਸਾਧ ਸਾਂਝੀ ਘੇਰੜ ਖੱਤਰੀ ਦਾ ਪੁੱਤਰ ਹੈ, ਕਰਮ ਚੰਦ ਜੋ ਚੰਦੂ ਦਾ ਪੁੱਤਰ ਹੈ, ਇਹਨਾਂ ਨੇ ਜਾ ਕਰਕੇ ਜੋ ਅਫਜ਼ਲ ਖਾਂ ਸੂਬੇਦਾਰ ਜਲੰਧਰ ਵਾਲਾ ਹੈ ਉਸ ਦੇ ਪਾਸ ਫਰਿਆਦ ਕੀਤੀ ਤੇ ਇਹ ਸਾਧ ਸੰਗੀ ਹੁਣ ਇਹਨਾਂ ਦੀ ਫਰਿਆਦ ਸੁਣ ਕਰਕੇ ਜਦੋਂ ਇਸ ਨੇ ਝੂਠ ਪਾਣ ਦੱਸ ਕੇ ਇਸ ਨੂੰ ਖੜਾ ਕੀਤਾ, ਸਾਧ ਸੰਗੀ ਹੁਣ ਇਹ ਫੌਜ ਚੜਾ ਕੇ ਆ ਰਿਹਾ ਹੈ। ਇਸ ਨੇ ਸਾਧ ਸੰਗੀ ਫੌਜ ਦੀ ਚੜਾਈ ਹੋ ਗਈ ਹੈ ਤੇ ਹੁਣ ਜਿਸ ਤਰ੍ਹਾਂ ਕਿ ਫੌਜ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਦਾ ਸਾਧ ਸੰਗੀ ਟਾਕਰਾ ਹੋ ਰਿਹਾ ਹੈ। ਜੋ ਗਰੀਬ ਨਿਵਾਸ ਜੀ ਪਾਤਸ਼ਾਹ ਇੱਕ ਪਾਸੇ ਧਰਮ ਯੁੱਧ ਸਾਧ ਸੰਗੀ ਲੜਾਈ ਹੈ, ਇੱਕ ਪਾਸੇ ਕੂੜ ਦਾ ਪਸਾਰਾ ਹੈ। ਇਹ ਸਤਿਗੁਰੂ ਜੀ ਪਾਤਸ਼ਾਹ ਸਾਧ ਸੰਗੀ ਭਾਈ ਸਾਹਿਬ ਜੀ ਭਾਈ ਸੰਤੋਖ ਸਿੰਘ ਜੀ ਨੇ ਬੜੇ ਯਤਨ ਤੇ ਸਤਿਕਾਰ ਦੇ ਨਾਲ ਗੁਰੂ ਸਾਹਿਬਾਂ ਦੇ ਜੰਗਨਾਮੇ ਸਾਧ ਸੰਗੀ ਵਰਣਨ ਕੀਤੇ ਹਨ। ਆਓ ਚਿੱਤ ਬੱਚਿਆਂ ਨੂੰ ਇਕਾਗਰ ਕਰੀਏ ਇੱਕ ਦਫਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਨਾਲ ਪ੍ਰੇਮੀ ਜਨੋ ਆਪੋ ਆਪਣੇ ਮਨਾਂ ਨੂੰ ਜੋੜ ਕੇ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਜੀ। ਜਥਾ ਸਗਰ ਕੀ ਸੁਧ ਹੰਕਾਰੇ। ਜਿਸ ਤਰ੍ਹਾਂ ਸਾਧ ਸੰਗੀ ਜਿਹੜਾ ਸਗੜ ਰਾਜਾ ਸੀ ਉਹਦੇ ਪੁੱਤਰਾਂ ਵਿੱਚ ਹੰਕਾਰ ਹੋ ਗਿਆ ਸੀ।
ਇਹ ਸਾਧ ਸੰਗਤ ਜੀ ਭਾਈ ਸਾਹਿਬ ਜੀ ਮਹਾਨ ਵਿਦਵਾਨ ਉਹਨਾਂ ਲਿਖਿਆ ਹੈ ਕਿ ਕਪਲ ਰਿਖ ਸੰਤਾਏ ਤੇ ਸਗਰ ਸੁਤ ਭਸਮ ਪਏ, ਗੌਤਮ ਰਿਖ ਸੰਤਾਏ ਤੇ ਸਹੰਸਰ ਪਗ ਪਾਇਓ ਹੈ। ਅਗਸਤ ਮਨ ਸੰਤਾਏ ਤੇ ਸਮੁੰਦਰ ਤੇ ਸੋਖ ਰੀਨੋ, ਦਰਵਾਸ਼ਾ ਰਿਖ ਸੰਤਾਏ ਤੇ ਜਾਦਵ ਕੁਲ ਖਪਾਇਓ है। करनी प्रीष्ट की किस्मत में आन परी, कोट जतन कियो तो भी सर्प ने ढसायो है। वेदना के बनाए हुए को कभी कबलक वर्णन करे, साधु के संताए के किसने सुख पायो है। इस करके साध संग जी महात्मा नूं संताना संतन सेती मश्करी कुल गालन की रीत। जे को गौतम रिख जे साध संग जी कपल मन नूं संताना कीता सी ਤਾਂ 60,000 ਪੁੱਤਰ ਸਾਧ ਸੰਗ ਜੀ ਇਹਦਾ ਭਸਮ ਕਰ ਦਿੱਤਾ। ਜੇ ਗੌਤਮ ਰਿਖ ਨੂੰ ਸਾਧ ਸੰਗ ਜੀ ਦੀ ਰਿਖੀ ਨੂੰ ਸੰਤਾਇਆ ਸੀ ਇੰਦਰ ਨੇ, ਤਾਂ ਇਹ ਸਾਰੀ ਉਮਰ ਸਾਧ ਸੰਗ ਜੀ ਕਲੰਕਿਤ ਹੋ ਕੇ ਮਰਿਆ। ਜੇ ਸਾਧ ਸੰਗ ਜੀ ਦਰਵਾਸ਼ਾ ਰਿਖੀ ਨੂੰ ਕ੍ਰਿਸ਼ਨ ਭਗਵਾਨ ਦੇ ਪੁੱਤਰ ਨੇ ਸੰਤਾਇਆ ਸੀ, ਤਾਂ ਸਾਧ ਸੰਗ ਜੀ ਉਹਨਾਂ ਦੀ ਦਸ਼ਾ ਸਾਰੀ ਕੁੱਲ ਖਤਮ ਹੋ ਗਈ। ਜੇ ਅਗਸਤ ਮੁਨੀ ਨੂੰ ਸੰਤਾਇਆ ਸੀ ਤਾਂ ਸਮੁੰਦਰ ਨੂੰ ਖਾਰਾ ਹੋਣਾ ਪਿਆ। ਜੇ ਸਾਧ ਸੰਗ ਜੀ ਪ੍ਰੀਸ਼ਤ ਰਾਜੇ ਨੇ ਆਪਣੇ ਕਿਸੇ ਰਿਸ਼ੀ ਨੂੰ ਸਾਧ ਸੰਗ ਜੀ ਸੰਤਾਇਆ ਸੀ ਤਾਂ ਉਹਨੂੰ 7 ਦਿਨਾਂ ਵਿੱਚ ਉਸਦੀ ਮੌਤ ਹੋ ਗਈ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਨੇ, ਵਿਦਨਾ ਕੇ ਬਣਾਏ ਵੇਖੋ ਕਵੀ ਕਵਲਕ ਵਰਣਨ ਕਰੇ, ਸਾਧੂ ਕੇ ਸੰਤਾਏ ਤੇ ਕਿਸਨੇ ਸੁਖ ਪਾਇਓ ਹੈ। ਕਹਿੰਦੇ ਕਿਸੇ ਮਹਾਤਮਾ ਨੂੰ ਸੰਤਾਉਣਾ, ਜਿਹੜਾ ਸਾਧ ਸੰਗ ਜੀ ਅਣਹੁੰਦਾ ਵੈਰ ਸੇੜ ਲੈਣਾ, ਉਹ ਕਿਨ ਸੁਖ ਪਾਉਣਾ ਕੀਤਾ ਹੈ। ਇਹ ਕਵੀ ਸਾਹਿਬ ਜੀ ਸਾਧ ਸੰਗ ਜੀ ਸੰਕੇਤ ਦਿੰਦੇ ਨੇ। ਕਹਿੰਦੇ ਸਗਰ ਪੁੱਤ ਜਿਹੜੇ ਸਨ, ਸਗਰ ਰਾਜੇ ਦੇ ਪੁੱਤਰ, ਉਹਨਾਂ ਨੇ ਜੇ ਰਿਖੀ ਨੂੰ ਦੁਖੀ ਕੀਤਾ ਸੀ ਤਾਂ ਸਾਰੇ ਸਾਧ ਸੰਗ ਜੀ ਸ਼ਰਾਪ ਦੇ ਨਾਲ ਉਸਨੇ ਭਸਮ ਕਰ ਦਿੱਤੇ ਸਨ। ਗਿਣੇ ਨ ਕਾਹੂ ਅਮਨ ਮਜਾਰੇ, ਕਹਿੰਦੇ ਉਹਨਾਂ ਨੂੰ ਗਿਣੇ ਨਹੀਂ, ਧਰਤੀ ਵਿੱਚ ਸਾਧ ਸੰਗ ਜੀ ਗਿਣੇ ਨਹੀਂ ਜਾਂਦੇ। ਐਸੇ ਜਿਨ੍ਹਾਂ ਨੇ ਵੀ ਕਿਸੇ ਸਾਧੂ ਮਹਾਤਮਾ ਦੇ ਨਾਲ ਬੈਰ ਸਿਗੜਿਆ ਹੈ, ਉਹ ਗਿਣੇ ਨਹੀਂ ਜਾਂਦੇ। ਉਹ ਇੱਥੋਂ ਖਤਮ ਹੀ ਹੋਏ ਹਨ। ਆਪਣੀ ਜੜ ਆਪ ਉਹ ਪਟੇ, ਆਪਣੀ ਜੜ ਆਪੇ ਪੁੱਟ ਲੈਂਦੇ ਹਨ। ਬਲਕੂ ਗਾਰਨ ਤੇ ਜਲ ਗਏ। ਇਸ ਤਰ੍ਹਾਂ ਸਤਿਗੁਰੂ ਜੀ ਪਾਤਸ਼ਾਹ ਸਾਧ ਸੰਗ ਜੀ ਪਰਾਏ ਨੂੰ ਗਾਲਣ ਵਾਸਤੇ ਗਏ ਸਨ। ਤਥਾ ਮੂੜ ਚਾਹਤ ਰਿਸ ਭਏ, ਕਹਿੰਦੇ ਤਥਾ ਇਹ ਮੂੜ ਹਨ ਸਾਧ ਸੰਗ ਜੀ, ਜਿਹੜੇ ਮੂਰਖ ਹਨ, ਰਤਨ ਚੰਦ ਤੇ ਕਰਮ ਚੰਦ, ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਤੇ ਚੜ੍ਹਾਈ ਕਰਕੇ ਜਾ ਰਹੇ ਹਨ। ਗਲਤੇ ਮਾਰ ਬਕਾਰਾ ਚਾਲੇ, ਇਸ ਤਰ੍ਹਾਂ ਇਹ ਸਾਰੇ ਜਿਤਨੇ ਵੀ ਮੁਗਲ, ਆਪਣਾ ਅਬਦੁਲ ਖਾਨ ਸੂਬੇਦਾਰ ਹੈ, ਜਿਹੜੇ ਇਹਦੇ ਜਰਨੈਲ ਹਨ, ਤੇ ਨਾਲ ਸਾਧ ਸੰਗ ਜੀ ਇਹ 2 ਝੂਠੇ ਹਨ, ਜਿਹੜੇ ਝੂਠੇ ਕੂੜਿਆਰ ਹਨ। ਇਹ ਮਾਰ ਬਕਾਰ ਕਰਦੇ ਜਾ ਰਹੇ ਹਨ, ਮਾਰ ਦੋ ਇਸ ਤਰ੍ਹਾਂ ਕਰਦੇ ਜਾ ਰਹੇ ਹਨ। ਸ਼ਰਾਬ ਕੀ ਤੁਕਮਤ ਵਾਲੇ, ਹਾਂ ਕਿੰਨੇ ਸਾਧ ਸੰਗ ਜਿਨ੍ਹਾਂ ਨੇ ਅਵਾ ਗੌਣ ਸ਼ਰਾਬ ਪੀਤੀ ਹੋਈ ਹੈ, ਸ਼ਰਾਬ ਦੇ ਪਾਗਲ ਹੋ ਕਰਕੇ ਤੁਰ ਰਹੇ ਹਨ। ਐਨ ਬਾਗ ਕਰ ਕਹੀਂ ਕੁਦਾਵੇਂ, ਹਾਂ ਕਹਿੰਦੇ ਹੈ ਜਿਹੜੇ ਘੋੜਿਆਂ ਦੀ ਬਾਂਗਾਂ ਪਕੜ ਕਰਕੇ, ਉਹਨਾਂ ਦੀਆਂ ਲਗਾਮਾਂ ਪਕੜ ਕਰਕੇ ਕੋਈ ਘੋੜੇ ਨੂੰ ਨਚਾ ਰਿਹਾ, ਟਪਾ ਰਿਹਾ ਹੈ। ਤੁਪਕ ਸੰਭਾਲਤ ਕਿਤਕ ਤਵਾਵੇ, ਹਾਂ ਕਿੰਨੇ ਆਪਣੀਆਂ ਸਾਧ ਸੰਗ ਜੀ ਛੋਟੀਆਂ ਬੰਦੂਕਾਂ ਜਿਹੜੀਆਂ ਹਨ, ਤੋਪਾਂ, ਉਹਨਾਂ ਨੂੰ ਸੰਭਾਲ ਕਰਕੇ ਘੋੜਿਆਂ ਨੂੰ ਭਜਾਉਂਦੇ ਹਨ। ਪਟੇ ਭੇਰ ਰਣ ਸਿੰਜੇ ਵੱਜੇ, ਹਾਂ ਬੜੇ ਪਟੇ ਭੇਰ ਜਿਹੜੇ ਰਣ ਸਿੰਗੇ ਸਾਧ ਸੰਗ ਜੀ, ਛੋਟੀਆਂ ਭੇਰੀਆਂ, ਨਗਾਰੇ ਆਦਿਕ ਰਣ ਸਿੰਗੇ ਉਹ ਵੱਜ ਰਹੇ ਹਨ, ਜੰਗੀ ਬਾਜੇ। ਵਸਤਰ ਸ਼ਸਤਰ ਜੁਤ ਜੋਧਾ ਸਜੇ, ਹਾਂ ਕਹਿੰਦੇ ਵਸਤਰਾਂ ਦੇ ਨਾਲ, ਸ਼ਸਤਰਾਂ ਦੇ ਨਾਲ ਸਾਰੇ ਜਿਹੜੇ ਯੋਧੇ ਹਨ ਸਨੱਧਬੱਧ ਹੋਏ ਹਨ। ਧੁਨ ਉੱਚੀ ਤੇ ਬਾਜਤ ਢੋਲ, ਇਸ ਤਰ੍ਹਾਂ ਸਾਧ ਸੰਗ ਜੀ ਉੱਚੀ ਧੁਨ ਦੇ ਨਾਲ ਢੋਲ ਵੀ ਵੱਜ ਰਹੇ ਹਨ। ਕਿਉਂਕਿ ਜਦੋਂ ਸਾਧ ਸੰਗ ਜੀ ਆਪਣੇ ਜੰਗ ਨੂੰ ਤੁਰਦੇ ਹਨ ਮੈਦਾਨੇ ਜੰਗ ਵਿੱਚ, ਤਾਂ ਉਸ ਵੇਲੇ ਮਾਰੂ ਰਾਗ ਵਜਾਇਆ ਜਾਂਦਾ ਹੈ, ਚਾਹੇ ਢੋਲਾ ਰਾਹੀਂ, ਚਾਹੇ ਨਰਸਿੰਘਿਆਂ ਰਾਹੀਂ, ਚਾਹੇ ਸਾਧ ਸੰਗ ਜੀ ਆਪਣੇ ਨਗਾਰਿਆਂ ਰਾਹੀਂ ਮਾਰੂ ਬਾਜੇ ਵੱਜ ਰਹੇ ਹਨ। ਭਟ ਮੁਦ ਧਰਤ ਪੁਕਾਰਤ ਬੋਲ, ਹਾਂ ਕਹਿਣ ਲੱਗੇ ਤੇ ਭੱਟ ਹਨ, ਉਹਨਾਂ ਨੂੰ ਪਤਾ ਨਹੀਂ ਕਿ ਅੱਗੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਲੜਾਈ ਹੋ ਰਹੀ ਹੈ।
ਇਹਨਾਂ ਦੇ ਮਨ ਵਿੱਚ ਸਾਧ ਸੰਗਤ ਜੰਗ ਦਾ ਚਾਹ ਹੈ। ਚਲਿਓ ਪੰਥ ਲਸ਼ਕਰ ਤਬ ਆਸੇ। ਐਸ ਕਹਿੰਦੇ ਪੰਥ ਨਾਮ ਰਸਤੇ ਵਿੱਚ ਸਾਧ ਸੰਗਤ ਅਬਦੁਲ ਖਾਨ ਸੂਬੇਦਾਰ ਦੀ ਫੌਜ ਜਾ ਰਹੀ ਹੈ। ਗਿਰ ਪਰ ਬਰਕੇ ਤੇ ਹੜ ਜੈਸੇ। ਇਸ ਤਰ੍ਹਾਂ ਜਿਸ ਤਰ੍ਹਾਂ ਗਿਰਨਾ ਪਹਾੜ ਤੋਂ ਸਾਧ ਸੰਗਤ ਪਾਣੀ ਡਿੱਗਦਾ ਹੈ, ਇਸ ਤਰ੍ਹਾਂ ਆਪਣੇ ਫੌਜ ਜਾ ਰਹੀ ਹੈ ਪਾਣੀ ਦੇ ਵਾਂਗ। ਦੋਹਰੀ ਚੋਬ ਦੰਦਬ ਨੇ ਪਰੀ। ਹਾਂ, ਜਦੋਂ ਦੁੰਦਮ ਨਾਮ ਨਗਾਰਿਆਂ ਤੇ ਦੋਹਰੀ ਸਾਧ ਸੰਗਤ ਗਰੜ 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 ਜਿਹੜੀ ਦੋਹਰੀ ਚੌਪ ਹੈ, ਜਿਸ ਨੂੰ ਸਾਧ ਸੰਗਤ ਭਗੜਦੰਗ ਭਗੜਦੰਗ ਭਗੜਦੰਗ, ਇਹ ਦੋਹਰੀ ਚੌਪ ਹੈ। ਇਹ ਜਦੋਂ ਸੂਰਮੇ ਵਜਾਉਂਦੇ ਹਨ ਮਾਰੂ ਬਾਜਿਆਂ ਵਾਲੀ। ਦੂਰ ਦੂਰ ਲਗ ਧੁਨ ਸੁਨ ਪਰੀ। ਹਾਂ, ਇਹ ਜਿਹੜੀ ਸਾਧ ਸੰਗਤ ਧੁਨ ਹੈ ਦੋਹਰੀ ਚੋਬ, ਇਹ ਦੂਰ ਦੂਰ ਤੱਕ ਸੁਣ ਰਹੀ ਹੈ। ਪਹੁੰਚੇ ਆਨ ਰੋਹਿਲੇ ਤੀਰ। ਹਾਂ, ਰੋਹਿਲੇ ਨਗਰ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਦਾ ਨਿਵਾਸ ਹੈ, ਉਸ ਨਗਰ ਦੇ ਕੋਲ ਪਹੁੰਚ ਗਏ। ਕਲ ਮਲਾਤ ਇਕੱਠੀ ਭੱਟ ਭੀੜ। ਕਹਿੰਦੇ ਭੱਟ ਸੂਰਮਿਆਂ ਦੀ ਭੀੜਾ ਇਸ ਲਈ ਜਿਸ ਤਰ੍ਹਾਂ ਕਲ ਮਲਾਤ ਸਾਧ ਸੰਗਤ ਕਰਵਲ ਕਰ ਰਹੇ ਹਨ। ਜਿਸ ਤਰ੍ਹਾਂ ਸਾਧ ਸੰਗਤ ਕਿਸੇ ਪਸ਼ੂ ਦੇ ਸਿਰ ਵਿੱਚ, ਜਿਹੜਾ ਅਣਹੋਣਾ ਪਸ਼ੂ ਹੈ ਉਹਦੇ ਸਿਰ ਵਿੱਚ ਕੀੜੇ ਪਏ, ਉਹ ਕੁਲਬਲ ਕਰਦੇ ਆ, ਇਸ ਤਰ੍ਹਾਂ ਜਿਹੜੀ ਸੂਰਮਿਆਂ ਦੀ ਭੀੜ ਹੈ ਕੁਲਬਲ ਕਰ ਰਹੀ ਹੈ। ਸਭ ਮੇ ਸੂਬਾ ਅਬਦੁਲ ਖਾਨ। ਹਾਂ, ਸਾਰਿਆਂ ਸੂਬੇਦਾਰ ਜਿਹੜਾ ਅਬਦੁਲ ਖਾਨ ਸਾਰਿਆਂ ਵਿੱਚ ਖੜ ਕਰਕੇ ਵੇਖ ਲਸ਼ਕਰ ਉਰ ਧਰ ਕਰ ਮਾਨ। ਇਹਦੇ ਮਨ ਵਿੱਚ ਸਾਧ ਸੰਗਤ ਆਪਣੀ ਫੌਜ ਨੂੰ ਦੇਖ ਕਰਕੇ ਮਨ ਵਿੱਚ ਮਾਣ ਹੈ ਕਿ ਮੇਰੇ ਨਾਲ ਤਾਂ ਫੌਜ ਬਹੁਤ ਹੈ। ਗੁਰੂ ਦੇ ਨਾਲ ਜਿਹੜੇ ਕੁਝ ਥੋੜੇ ਬੱਪੜੇ ਸਿੱਖ ਸਨ, ਉਹ ਪਹਿਲਾਂ ਜੰਗ ਵਿੱਚ ਆਪਣੇ ਸ਼ਹੀਦ ਹੋ ਚੁੱਕੇ ਹਨ। ਕੁਝ ਹੁਣ ਜਿਹੜੇ ਥੋੜੇ ਬਹੁਤੇ ਹੋਣਗੇ ਅਸੀਂ ਸ਼ਹੀਦ ਕਰ ਦੇਣੇ ਹਨ। ਇਹਨੂੰ ਆਪਣੀ 15,000 ਫੌਜ ਦੇ ਉੱਤੇ ਬੜਾ ਮਾਣ ਹੰਕਾਰ ਹੈ। ਦਇਓ ਹੁਕਮ ਮਗਵਾਇਸ਼ ਤਰਣੀ। ਜਦੋਂ ਸਾਧ ਸੰਗਤ ਬਿਆਸ ਦਰਿਆ ਦੇ ਕੋਲ ਪਹੁੰਚੇ, ਸੂਬੇਦਾਰ ਅਬਦੁਲ ਖਾਨ ਦੀ ਫੌਜ ਇਸ ਨੇ ਤਰਨੀ ਨਾਲ ਮਿਲਾ ਜਿਹੜੇ ਸਨ, ਉਹਨਾਂ ਨੂੰ ਹੁਕਮ ਦੇ ਦਿੱਤਾ ਕਿ ਆਪਣੇ ਬੇੜੀਆਂ ਆ ਜਾਣ। ਬਾਰ ਸੈਨ ਸਭ ਤੂਰਨ ਕਰਨੀ। ਇਹ ਸਾਰੀ ਜਿਹੜੀ ਸੈਨਾ ਪਾਰ ਕਰਨੀ ਹੈ, ਮਨਾਹਾਂ ਨੂੰ ਹੁਕਮ ਦੇ ਦਿੱਤਾ। ਤਤਸ਼ਨ ਕੇਵਟ ਹੋਏ ਸਮੁਦਾਇਆ। ਉਸੇ ਵੇਲੇ ਸਾਧ ਸੰਗਤ ਜਦੋਂ ਤਤਸ਼ਨ ਇੱਕਦਮ ਜਿਹੜੇ ਕੇਵਟ ਸਨ, ਮਲਾਹ ਸਨ, ਉਹ ਬਿਆਸ ਦਰਿਆ ਦੇ ਕੰਢੇ ਜਿੱਥੇ ਫੌਜ ਖੜੀ ਸੀ ਇਕੱਠੇ ਹੋ ਗਏ ਬੇੜੀਆਂ ਲੈ ਕੇ। ਲਸ਼ਕਰ ਕਰਿਓ ਪਾਰ ਤਨ ਪਾਇਆ। ਕਹਿੰਦੇ ਸਾਰੇ ਜਿੰਨਾ ਲਸ਼ਕਰ ਸੀ, ਫੌਜ ਸੀ, ਘੋੜਿਆਂ ਦੇ ਸਮੇਤ ਬਿਆਸ ਦਰਿਆ ਤੋਂ ਪਾਰ ਕਰ ਦਿੱਤੀ। ਉਸਨੇ ਧਨ ਪਾਉਣਾ ਕੀਤਾ ਕੇਵਟਾਂ ਨੇ, ਮਲਾਹਾਂ ਨੇ। ਹੋਰਾ ਕੋਸੁਰ ਹਿਲਾ ਜਬ ਰਹਿਓ ਠਾਂਡੋ ਅਬਦੁਲ ਖਾਨ। ਕਹਿੰਦੇ ਜਦੋਂ ਇੱਕ ਕੋ ਸਾਧ ਸੰਗਤ ਰਹੀਲਾ ਨਗਰ ਰਹਿ ਗਿਆ, ਉਸ ਇੱਕ ਕੋਹ ਤੇ ਜਿਹੜਾ ਅਬਦੁਲ ਖਾਨ ਸੀ ਆਪਣੀ ਫੌਜ ਦੇ ਸਮੇਤ ਖੜ ਗਿਆ। ਘਰੀ ਸੰਭਾਲਨ ਸੈਨ ਕੀ ਸੈਨਾਪਤ ਬਲਵਾਨ। ਕਹਿੰਦੇ ਆਪਣੀ ਸੈਨਾ ਦੀ ਸੰਭਾਲ ਕੀਤੀ, ਕਿਉਂਕਿ ਗਿਣਤੀ ਹੁੰਦੀ ਹੈ ਕੱਲੇ ਸਾਧ ਸੰਗਤ ਦੀ। ਆਪਣੇ ਸੈਨਾਪਤੀ ਜਿਹੜੇ ਸਨ, ਉਹਨਾਂ ਕੱਲਿਆਂ ਨੂੰ ਫੌਜ ਸੰਭਾਲੀ ਹੋਈ ਹੈ। ਸਾਰਿਆਂ ਨੂੰ ਸੰਭਾਲਣਾ ਕੀਤਾ, ਸੈਨਾਪਤੀਆਂ ਨੂੰ ਆਪਣੇ ਪਾਸ ਸੱਦਣਾ ਕੀਤਾ। ਜੋ ਪਈ ਧਰਨ ਜੰਗ ਕੋ ਬਿਉਂਤ ਵਿਚਾਰਾ। ਸਾਰਿਆਂ ਨੇ ਆਪਣੇ ਜੰਗ ਦੀ ਜਿਹੜੀ ਲੜਨ ਦੀ ਬਿਉਂਤਬੰਦੀ ਸੀ, ਜਿਹੜੀ ਤਜਵੀਜ਼ ਸੀ, ਉਹ ਸਾਧ ਸੰਗਤ ਘਟਨਾ ਕੀਤੀ। 1 ਮੀਲ ਦੇ ਪਿੱਛੇ ਪ੍ਰਥਕ ਦਲ ਭਾਵ ਸੁਧਾਰਾ। ਕਹਿੰਦੇ ਪ੍ਰਥਮ ਜਿਹੜੇ ਆਪਣੇ ਦਲ ਸਨ, ਉਹਨਾਂ ਨੂੰ ਅੱਡ ਕਰਨਾ ਕੀਤਾ, ਜਿੰਨੇ ਵੀ ਸੂਰਮੇ ਸੈਨਾਪਤੀ ਸਨ। ਇਸ ਦੇ ਜਥੇਦਾਰ ਇੱਕ ਬੈਰਮ ਖਾਨ। ਇੱਕ ਸਾਧ ਸੰਗਤ ਜਿਹੜਾ ਆਪਣਾ ਬੜਾ ਭਾਰੀ ਸੂਰਮਾ ਹੈ, ਬੈਰਮ ਖਾਨ, ਇਹਦਾ ਬਹੁਤ ਵੱਡਾ ਭਾਰੀ ਸੈਨਾਪਤੀ ਹੈ। ਸ਼ਸਤਰ ਧਾਰਨ ਮੇ ਸੁਗਟ ਮਹਾਨ। ਹਾਂ, ਜਿਹੜਾ ਸ਼ਸਤਰ ਧਾਰੀ, ਜਿਹੜਾ ਹਰ ਇੱਕ ਸ਼ਸਤਰ ਨੂੰ ਚਲਾਉਣ ਵਾਲਾ ਬੜਾ ਹੀ ਸਾਧ ਸੰਗਤ ਮਹਾਨ ਹੈ। ਜਿਹੜਾ ਬਹੁਤ ਸਾਧ ਸੰਗਤ ਹਰ ਇੱਕ ਸ਼ਸਤਰ ਚਲਾਉਣ ਦਾ ਕਰਤੱਵ ਵਿਦਿਆ ਜਾਣਦਾ ਹੈ। ਵਿਦਿਆ ਖੜਗ ਪ੍ਰਹਾਰਨ ਕੇਰੀ। ਹਾਂ, ਇਹਦੀ ਸਾਧ ਸੰਗਤ ਇਹ ਤਲਵਾਰ ਦਾ ਚਲਾਉਣ ਦਾ ਬੜਾ ਧਨੀ ਸੀ। ਜਿਹੜਾ ਬੈਰਮ ਖਾਨ ਸੀ, ਇਹ ਬੜੀ ਤਲਵਾਰ ਚਲਾਉਣ ਦਾ ਬੜਾ ਧਨੀ ਸੀ, ਤਲਵਾਰ ਦੇ ਕਰਤੱਵ ਬਹੁਤ ਜਾਣਦਾ ਸੀ। ਪਟੇਬਾਜ਼ ਕੀ ਰੀਤ ਵਡੇਰੀ। ਪਟੇਬਾਜ਼ ਜਿਸ ਤਰ੍ਹਾਂ ਸਾਧ ਸੰਗਤ ਆਪਣੇ ਨਿਹੰਗ ਸਿੰਘ ਆਪਣੇ ਗੱਤਕਾ ਖੇਡਦੇ ਹਨ, ਇਹ ਬੜੀਆਂ ਰੀਤਾਂ ਜਾਣਦਾ ਸੀ ਪਟੇਬਾਜ਼ੀ ਦੀਆਂ। 1000 ਸੰਗ ਦਲ ਕੀਨਾ। ਇਹਦੇ ਨਾਲ ਸਾਧ ਸੰਗਤ ਆਪਣੇ ਅਬਦੁਲ ਖਾਨ ਨੇ 1000 ਸੂਰਮਾ ਇਸ ਨੂੰ ਦੇ ਦਿੱਤਾ। ਬੈਰਮ ਖਾਨ ਨੂੰ ਇਹਦਾ ਅੱਡ ਕਰ ਦਿੱਤਾ ਕਿ ਤੂੰ 1000 ਸੂਰਮਾ ਸਮਰਣਾ ਕਰ। ਹਥਿਆਰਨ ਮੇ ਜੋ ਬਲ ਪੀਨਾ। ਆ ਜਿਹੜੇ ਐਸੇ ਸੂਰਮੇ ਸਾਧ ਸੰਗਤ ਦਿੱਤੇ ਕਿ ਹਥਿਆਰਾਂ ਵਿੱਚ ਬੜੇ ਸੂਰਮੇ ਹਨ, ਜਿਹੜੇ ਆਪਣੇ ਜੰਗੀ ਹਥਿਆਰ ਚਲਾਉਣ ਵਾਸਤੇ ਬੜੇ ਕਰਤੱਵ ਵਿਦਿਆ ਜਾਣਦੇ ਹਨ। ਦੂਜੀ ਮੁਹੱਬਤ ਖਾਨ ਸੁਜਾਨਾ। ਦੂਸਰਾ ਮੁਹੱਬਤ ਖਾਨ ਹੈ, ਉਸ ਨੂੰ ਸਾਧ ਸੰਗਤ ਅੱਡ ਕਰਕੇ ਵਿਦਿਆ ਬਾਨਨ ਵਿਖੇ ਮਹਾਨਾ। ਇਹ ਮੁਹੱਬਤ ਖਾਨ ਜਿਹੜਾ ਸਾਧ ਸੰਗਤ ਜਿਹੜਾ ਬਾਣਾ ਦੀ ਧਨਸ਼ ਬਾਣ ਹੈ,
ਉਸ ਵਿਦਿਆ ਦਾ ਬੜਾ ਸਾਧ ਸੰਗੀ ਮਾਹਰ ਹੈ। ਇਹਦਾ ਤੀਰ ਕੋਈ ਵੀ ਖਾਲੀ ਨਹੀਂ ਸੀ ਜਾਂਦਾ, ਇੰਨਾ ਇਹੋ ਧਨ ਸਮਾਨ ਦੀ ਵਿਦਿਆ ਜਾਣਦਾ ਸੀ। ਚਾਂਪ ਕਠੋਰ ਐਂਦ ਜੋ ਮਾਰਤ। ਹਾਂ ਕਹਿੰਦੇ ਚਾਂਪ ਨਾਮ ਜਦੋਂ ਸਾਧ ਸੰਗੀ ਉਹ ਚਿੱਲਾ ਖਿੱਚਦਾ ਹੈ, ਜਦੋਂ ਤੰਦੀ ਖਿੱਚਦਾ ਹੈ, ਕਠੋਰ ਜਦੋਂ ਬੜੇ ਜਿਹੜੇ ਉਹਦੇ ਧਨ ਸਨ ਬੜੇ ਕਠੋਰ ਹਨ, ਜਦੋਂ ਉਹਨਾਂ ਦੀ ਤੰਦੀ ਖਿੱਚ ਕੇ ਆਪਣਾ ਤੀਰ ਮਾਰਦਾ ਹੈ। ਬਹੁਤ ਸ਼ਸਤਰ ਆਗੇ ਜਿਸ ਹਾਰਤ। ਹਾਂ ਕਹਿੰਦੇ ਬਹੁਤ ਸ਼ਸਤਰ ਧਾਰੀ ਸਾਧ ਸੰਗੀ ਉਸ ਤੋਂ ਅੱਗੇ ਹਾਰ ਗਏ ਹਨ। ਜੀਤੇ ਆਗੇ ਜੰਗ ਵਿਸਾਲਾ। ਇਸਨੇ ਮੁਹੰਮਦ ਖਾਨ ਨੇ ਵੀ ਸਾਧ ਸੰਗੀ ਬੜੇ ਭਾਰੀ ਜੰਗ ਜਿੱਤੇ ਹੋਏ ਸਨ। ਬਲੀ ਅਦਕ ਅਰ ਪਿਖੇ ਕਰਾਲਾ। ਕਹਿੰਦੇ ਬੜਾ ਇੱਕ ਤਾਂ ਬਲੀ ਬੜਾ ਹੈ, ਇੱਕ ਉਹਦੇ ਸਰੀਰ ਦੀ ਜਿਹੜੀ ਬਣਤਰ ਹੈ ਉਹ ਸਾਧ ਸੰਗੀ ਬੜੀ ਭਿਆਨਕ ਹੈ, ਬਹੁਤ ਕਰਾਲਾ ਨਾਮ ਬੜੀ ਕਰੂਪ ਹੈ। ਐਸੇ ਜਿਹੜੇ ਹਨ ਵੱਡੇ ਵੱਡੇ ਸਾਧ ਸੰਗੀ ਦੇ ਸਿਰ ਹਨ, ਵੱਡੀਆਂ ਵੱਡੀਆਂ ਨਾਸਕਾਂ ਹਨ, ਵੱਡੇ ਵੱਡੇ ਹੱਥਾਂ ਦੀਆਂ ਉਂਗਲਾਂ ਹਨ। ਇਹਨਾਂ ਦੇ ਸਰੀਰ ਦੀ ਬੜੀ ਮੁਹੰਮਦ ਖਾਨ ਜਿਹੜਾ ਹੈ ਇਹਦੇ ਸਰੀਰ ਦੀ ਬੜੀ ਭਿਆਨਕ ਦਸ਼ਾ ਹੈ। 1000 ਸੁਬੜ ਦਲ ਦੇ ਕੇ। ਇਸ ਨੂੰ ਵੀ ਅਬਦੁਲ ਖਾਨ ਨੇ ਸਾਧ ਸੰਗੀ 1000 ਸੂਰਮਾ ਦੇ, ਪਹਿਲਾਂ ਬੈਰਮ ਖਾਨ ਨੂੰ 1000 ਸੂਰਮਾ ਦਿੱਤਾ ਤੇ 1000 ਜਿਹੜਾ ਮੁਹੰਮਦ ਖਾਨ ਹੈ ਇਸ ਨੂੰ ਦੇਣਾ ਕੀਤਾ। ਸਾਵਧਾਨ ਹਿਤ ਲਰਬੀ ਕਹਿ ਕੇ। ਇਸ ਨੇ ਇਹਨਾਂ ਨੂੰ ਸਾਰਿਆਂ ਨੂੰ ਹਦਾਇਤ ਵੀ ਕਰੀ ਜਾਂਦਾ ਅਬਦੁਲ ਖਾਨ ਕੇ ਸਾਰਿਆਂ ਨੇ ਸਾਵਧਾਨੀ ਦੇ ਨਾਲ ਗੁਰੂ ਦੇ ਨਾਲ ਜੰਗ ਕਰਨੀ ਹੈ। ਤ੍ਰਿਤੀਏ ਖਾਨ ਬਲਵੰਡ ਪ੍ਰਚੰਡ। ਤੀਸਰਾ ਬਲਵੰਡ ਖਾਨ ਹੈ ਜਿਹੜਾ ਸਾਧ ਸੰਗੀ ਬੜਾ ਪ੍ਰਚੰਡ ਹੈ, ਬੜਾ ਤਿੱਖਾ ਹੈ, ਜਿਸ ਨੂੰ ਸਾਧ ਸੰਗੀ ਯੁੱਧ ਨੀਤੀ ਦਾ ਬੜਾ ਗਿਆਨ ਹੈ। ਐਸਾ ਸੂਰਮਾ ਕਰੇ ਯੁੱਧ ਤਬ ਕਰੇ ਘਮੰਡ। ਹਾਂ ਜਿਸ ਨੂੰ ਜਦੋਂ ਯੁੱਧ ਆਉਂਦਾ ਹੈ, ਜੰਗ ਆਉਂਦਾ ਤਾਂ ਉਸ ਨੂੰ ਬੜਾ ਹੰਕਾਰ ਹੁੰਦਾ ਹੈ ਕਿ ਜਿਸ ਜੰਗ ਵਿੱਚ ਮੈਂ ਚਲੇ ਜਾਵਾਂ ਉਹ ਜੰਗ ਕਦੇ ਹਾਰੇਗਾ ਹੀ ਨਹੀਂ। ਐਸਾ ਇਸ ਨੂੰ ਘਮੰਡ ਹੈ, ਐਸਾ ਇਸ ਨੂੰ ਹੰਕਾਰ ਹੈ। ਕਰ ਮੈਂ ਤੁਮਰ ਬੰਬਲਿਆਲੇ। ਇਸ ਨੂੰ ਸਾਧ ਸੰਗੀ ਤੁੰਬਰ ਹਨ ਬੰਬਲਿਆਲੇ। ਤੁੰਬਰ ਕਹਿੰਦੇ ਨੇ ਸਾਧ ਸੰਗੀ ਬਰਸ਼ੇ ਨੂੰ, ਬੰਬਲਿਆਲੇ ਕਹਿੰਦੇ ਉਹ ਸਾਧ ਸੰਗੀ ਆਪਣੇ ਉਹਨਾਂ ਨੂੰ ਜਿਹੜਾ ਵਰਸ਼ਾ ਹੈ ਐਡੇ ਆਪਣੇ ਮੋੜ ਹੁੰਦੇ ਹਨ ਬੰਬਲਿਆਲੇ। ਉਹ ਜਦੋਂ ਵਰਸ਼ਾ ਸਾਧ ਸੰਗੀ ਖੁੱਬਦਾ ਹੈ ਉਹ ਆਂਦਰਾਂ ਸਾਰੀਆਂ ਖਿੱਚ ਲੈਂਦਾ ਹੈ, ਉਹ ਬੰਬਲਿਆਲੇ ਤੁੰਬਰ ਹਨ। ਐਸੇ ਵਰਸ਼ੇ ਚਲਾਉਣ ਦਾ ਬੜਾ ਇਹ ਮਾਹਰ ਹੈ। 1000 ਕਰਿਓ ਜਿਸ ਨਾਲੇ। ਇਸ ਦੇ ਨਾਲ ਵੀ 1000 ਸੂਰਮਾ ਸਾਧ ਸੰਗੀ ਇਸ ਨੂੰ ਬਲਵੰਡ ਖਾਨ ਨੂੰ ਦੇ ਦਿੱਤਾ। ਅਬਦੁਲ ਖਾਨ ਹੈ। ਚੌਥੋ ਅਲੀ ਬਖਸ਼ ਬੜ ਤੀਰ। ਚੌਥਾ ਸਾਧ ਸੰਗੀ ਅਲੀ ਬਖਸ਼ ਹੈ, ਬੜਾ ਭਾਰੀ ਜਿਹੜਾ ਸੂਰਮਾ ਹੈ। ਤੁਰਕ ਚਲਾਵੇ ਜੋ ਤਰਤ ਹੀਰ। ਜਿਹੜਾ ਸਾਧ ਸੰਗੀ ਤੁਰਕ ਆਪਣੀ ਤੁਰਕ ਜਿਹੜੀ ਹੈ ਤੀਰ ਅੰਦਾਜ਼ੀ ਦਾ ਤੇ ਨਾਲ ਸਾਧ ਸੰਗੀ ਇਹ ਬੰਦੂਕ ਚਲਾਉਣ ਦਾ ਬੜਾ ਮਾਹਰ ਹੈ। ਇਹਦਾ ਕੋਈ ਵੀ ਨਿਸ਼ਾਨਾ ਖਾਲੀ ਨਹੀਂ ਸੀ ਜਾਂਦਾ। ਨਫਰ ਤਿਆਰ ਕਰ ਕਰ ਜਿਸ ਦੇਤ। ਨਫਰ ਜਿਹੜਾ ਆਪਣੇ ਸਾਧ ਸੰਗੀ ਨਫਰ ਨਾਮ ਨੌਕਰ ਭਾਵ, ਕਿਉਂਕਿ ਜਿਸ ਤਰ੍ਹਾਂ ਸਾਧ ਸੰਗੀ ਪੁਲਿਸ ਦੇ ਵਿੱਚ ਕਈ ਸਿਖਾਉਣ ਵਾਲੇ ਹੁੰਦੇ ਹਨ ਸਕੂਲ ਵਿੱਚ, ਇਸ ਤਰ੍ਹਾਂ ਇਹ ਜਿਹੜਾ ਹੈ ਸੂਰਮਾ ਸਾਧ ਸੰਗਤ ਜੀ ਇਹ ਅੱਗੇ ਨਫਰ ਨੌਕਰ ਤਿਆਰ ਕਰਕੇ ਵੀ ਫੌਜ ਤਿਆਰ ਕਰਦਾ ਸੀ। ਸ਼ੋਰਤ ਜਿਤਕ ਸ਼ਤਰੂ ਹੱਥ ਦੇਤ। ਕਹਿੰਦੇ ਜਿੱਦਨ ਛੋੜ ਛੱਡਦਾ ਸੀ ਉਸੇ ਵੇਲੇ ਸ਼ਤਰੂਆਂ ਨੂੰ ਖਤਮ ਕਰ ਦਿੰਦਾ ਸੀ ਜਦੋਂ ਬੰਦੂਕ ਜਾਂ ਤੀਰ ਚਲਾਉਂਦਾ ਸੀ। ਜਦੀ ਤੁਪਕ ਜਿਸ ਸੂਸ ਨਾ ਜਾਏ। ਕਹਿੰਦੇ ਜਿਹੜੀ ਤੋਪ ਚਲਾਈਓ, ਤੋਪ ਦਾ ਗੋਲਾ ਜਾਂ ਬੰਦੂਕ ਦਾ ਗੋਲਾ ਸ਼ੁਸ਼ਕ ਨਾਮ ਖਾਲੀ ਨਹੀਂ ਸੀ ਜਾਂਦਾ। ਵਿਦਤ ਲਖੇ ਜੋਧਾ ਸਮੁਦਾਏ। ਕਹਿੰਦੇ ਇਹ ਵਿਦਤ ਸੀ ਸਾਰੇ ਯੋਧਿਆਂ ਵਿੱਚ, ਸਾਰੇ ਸੂਰਮਿਆਂ ਵਿੱਚ ਬੜਾ ਪ੍ਰਗਟ ਸੀ ਕਿ ਇਹਦਾ ਜਿਹੜਾ ਤੀਰ ਹੈ, ਇਹਦੀ ਤੋਪ ਹੈ ਜਾਂ ਗੋਲੀ ਹੈ ਚਲਾਈਓ ਕਦੇ ਸੁੱਕੀ ਨਹੀਂ ਜਾਵੇਗੀ। ਅਲੀ ਬਖਸ਼ ਦੀ ਸੁਬੜ ਇਮਾਮ ਬਖਸ਼ ਗਿਨ ਪੰਜ। ਪੰਜਵਾਂ ਕਹਿੰਦੇ ਇਮਾਮ ਬਖਸ਼ ਹੈ ਜਿਹੜਾ ਬੜਾ ਭਾਰੀ ਸੂਰਮਾ ਹੈ। ਆਜੁਦ ਵਿਦਿਆ ਜਿਨ ਬਹੁ ਸੰਚ। ਕਹਿਣ ਲੱਗੇ ਜਿਸ ਨੇ ਆਜੁਦ ਸ਼ਾਸਤਰ ਵਿਦਿਆ ਬੜੀ ਭਾਰੀ ਇਕੱਠੀ ਕੀਤੀ ਹੋਈ ਹੈ, ਭਾਵੇਂ ਇਹਦੇ ਕੋਲ ਸ਼ਾਸਤਰ ਵਿਦਿਆ ਦੇ ਬਹੁਤ ਵੱਡੇ ਵੱਡੇ ਗੁਣ ਹਨ। ਹੈ ਅਰੂੜ ਵੇ ਵਿਦਿਆ ਮਹਾ। ਕਹਿੰਦੇ ਘੋੜੇ ਨੂੰ ਚਲਾਉਣ ਵਾਸਤੇ ਬੜਾ ਸਾਧ ਸੰਗੀ ਇਹ ਮਹਾਨ ਹੈ। ਜਿਸ ਤਰ੍ਹਾਂ ਸਾਧ ਸੰਗੀ ਤੁਸੀਂ ਹੋਲੇ ਮਹੱਲੇ ਨੂੰ ਕਿਤੇ ਦੇਖੋ ਜਦੋਂ ਮਹੱਲਾ ਨਿਕਲਦਾ ਕਈ ਨਿਹੰਗ ਸਾਧ ਸੰਗੀ ਦੋ ਘੋੜਿਆਂ ਦੇ ਉੱਤੇ ਸਵਾਰ ਹੋ ਕਰਕੇ ਭਜਾਉਂਦੇ ਹਨ। ਇੱਕ ਨੇ ਇੱਕ ਲੱਤ ਉਹਦੇ ਪਰ ਰੱਖ ਲੈਣੀ, ਇੱਕ ਉਹਦੇ ਪਰ ਰੱਖ ਲੈਣੀ। ਬੜਾ ਸਾਧ ਸੰਗੀ ਇਹ ਵੀ ਵਿਦਿਆ ਹੈ। ਇੰਨੀ ਤੇਜ਼ ਘੋੜੇ ਚਲਾਉਣਾ ਤੇ ਫਿਰ ਨੇਜੇ ਨਾਲ ਸਾਧ ਸੰਗੀ ਉਹ ਘਾਹ ਦਾ ਬੂਟਾ ਪੱਟਣਾ, ਇਹ ਇੱਕ ਸਾਧ ਸੰਗੀ ਬੜੀ ਕਮਾਲ ਦੀ ਉਹ ਵਿਦਿਆ ਦੇਖਣ ਵਾਲੀ ਹੁੰਦੀ ਹੈ। ਇਸ ਤਰ੍ਹਾਂ ਇਹ ਸਾਧ ਸੰਗੀ ਦਾ ਇਮਾਮ ਬਖਸ਼ ਹੈ, ਇਹ ਵੀ ਘੋੜੇ ਨੂੰ ਚਲਾਉਣ ਵਾਸਤੇ ਬੜਾ ਮਹਾਰਤ ਰੱਖਦਾ ਹੈ। ਬਹੁਤ ਇਸ ਨੂੰ ਘੋੜੇ ਦੇ ਜਿਹੜੀ ਕਰਤਵ ਵਿਦਿਆ ਘੋੜੇ ਚਲਾਉਣ ਦੀ
ਇਹ ਬੜਾ ਕਾਰੀਗਰ ਹੈ। ਰਣ में फेर तई तुत चाहा, ਇਸ ਤਰ੍ਹਾਂ ਸਾਧ ਸੰਗੀ ਘੋੜੇ ਨੂੰ ਇੱਧਰ ਉੱਧਰ ਫੇਰਦਾ ਰਣ ਭੂਮੀ ਦੇ ਵਿੱਚ। 5000 ਪੰਚ ਕੇ ਸੰਗ, ਹਾਂ ਕਹਿੰਦੇ ਪੰਜ ਜਿਹੜੇ ਸੂਰਮੇ ਸਨ ਇਹਨਾਂ ਨੂੰ ਸਾਧ ਸੰਗੀ ਅਲੀ ਬਖਸ਼, ਮੁਹੰਮਦ ਖਾਨ ਤੇ ਇਹ ਬੈਰਮ ਖਾਨ, ਇਹਨਾਂ ਨੂੰ ਪੰਜਾਂ ਨੂੰ 1-1000 ਦੇ ਕੇ ਇਹਨਾਂ ਨੂੰ ਸੈਨਾਪਤੀ ਥਾਪਿਆ ਗਿਆ। ਕਰ ਸੁਚੇਤ ਦੀਨੇ ਹਿਤ ਜੰਗ, ਹਿਤ ਜੰਗ ਦਾ ਹਿਤ ਕਰਨ ਵਾਸਤੇ ਇਹਨਾਂ ਨੂੰ ਸੁਚੇਤ ਕਰ ਦਿੱਤਾ ਕਿ ਤੁਸੀਂ ਸੁਚੇਤਤਾਈ ਦੇ ਨਾਲ ਜੰਗ ਕਰਨਾ ਗੁਰੂ ਦੇ ਨਾਲ। ਅਬਦੁਲ ਖਾਨ ਕੇ ਨੰਦਨ ਦੋਏ, ਹਾਂ ਅਬਦੁਲ ਖਾਨ ਦੇ ਦੋ ਪੁੱਤਰ ਵੀ ਸਾਧ ਸੰਗੀ ਨਾਲ ਹਨ। ਆਜੁਦ ਵਿਦਿਆ ਜਾਣੇ ਜੋਏ, ਜਿਹੜੇ ਐਸੇ ਪੁੱਤਰ ਇਹਦੇ ਸਾਧ ਸੰਗੀ ਆਜੁਦ ਜਿਹੜੀ ਸ਼ਸਤਰ ਵਿਦਿਆ ਦੇ ਬੜੇ ਧਨੀ ਹਨ, ਬਹੁਤ ਹੀ ਮੁਹਾਰਤ ਰੱਖਦੇ ਹਨ। ਨਬੀ ਬਖਸ਼ ਜੇਠਾ ਸੁਤ ਅਹੈ, ਹਾਂ ਕਹਿੰਦੇ ਜਿਹੜਾ ਨਬੀ ਬਖਸ਼ੋ ਜੇਠਾ ਪੁੱਤਰ ਹੈ ਅਬਦੁਲ ਖਾਨ ਦਾ। ਦੂਤੀਏ ਕਰੀਮ ਬਖਸ਼ ਲਗ ਕਹੈ, ਹਾਂ ਦੂਸਰਾ ਜਿਹੜਾ ਕਰੀਮ ਬਖਸ਼ ਹੈ ਛੋਟਾ ਜਿਹੜਾ ਪੁੱਤਰ ਇਸ ਦਾ। ਅਲੰਕਾਰ ਜਿਨ ਚਾਮੀ ਕਾਰ ਕੀ, ਹਾਂ ਜਿਸ ਨੇ ਸਾਧ ਸੰਗੀ ਜਿਹਨਾਂ ਪੁੱਤਰਾਂ ਨੇ ਜਿਹੜੇ ਆਪਣੇ ਦੋਏ ਪੁੱਤਰ ਹਨ, ਇਹਨਾਂ ਨੇ ਚਾਮੀਕਾਰ ਸੋਨੇ ਦੇ ਗਹਿਣਿਆਂ ਨਾਲ ਬੜੇ ਪਏ ਹਨ। ਆਪਣੇ ਗਲਾਂ ਵਿੱਚ ਵੀ ਹੱਥਾਂ ਵਿੱਚ ਵੀ ਬੜਾ ਸੋਨਾ ਪਾਇਆ ਹੋਇਆ ਹੈ ਇਹਨਾਂ ਨੇ। ਜਬਰ ਜਵਾਹਰ ਜੀਵਰ ਜਰ ਕੇ, ਹਾਂ ਜਿਹਨੇ ਸੋਨੇ ਦੇ ਗਹਿਣਿਆਂ ਵਿੱਚ ਸਾਧ ਸੰਗੀ ਜਬਰ ਜਵਾਹਰ ਬੜੇ ਆਪਣੇ ਹੀਰੇ ਜਟਕਾਰੀ ਕੀਤੇ ਹੋਏ ਹਨ। ਜਿਨ ਕੇ ਤਰੀ ਤੁਰੰਗ ਬੋ ਮੋਲੇ, ਹਾਂ ਜਿਨ੍ਹਾਂ ਦੇ ਤਰੇ ਨਾਮ ਥੱਲੇ ਸਾਧ ਸੰਗੀ ਬੜੇ ਭਾਰੀ ਮੁੱਲ ਦੇ ਘੋੜੇ ਹਨ। 1.25 ਲੱਖ ਦੇ ਘੋੜੇ ਇਹਨਾਂ ਦੇ ਥੱਲੇ ਹਨ। ਨਟ ਜਿਮ ਪਾਂਦਤ ਇਤੂ ਤੋ ਡੋਲੇ, ਹਾਂ ਜਿਸ ਤਰ੍ਹਾਂ ਨਟ ਸਾਧ ਸੰਗੀ ਆਪਣੇ ਬਾਜੀਆਂ ਪਾਉਂਦਾ ਹੈ, ਇਸ ਤਰ੍ਹਾਂ ਘੋੜੇ ਸਾਧ ਸੰਗੀ ਇੱਧਰ ਉੱਧਰ ਬਾਜੀਆਂ ਪਾਉਂਦੇ ਹਨ। ਕੋਈ ਸਹੰਸਰ ਇੱਕ ਸੰਗ ਕਰਕੇ, ਹਾਂ ਕਹਿੰਦੇ 2000 ਫੌਜ ਇੱਕ ਪੁੱਤਰ ਨੂੰ ਸਾਧ ਸੰਗੀ ਅਬਦੁਲ ਖਾਨ ਨੇ ਦੇਣਾ ਕੀਤੀ। ਰਿਪਨ ਕੋ ਉੰਜ ਸੰਭਰ ਕੇ, ਹਾਂ ਆਪਣੇ ਕਹਿਣ ਲੱਗਾ ਹਤੋ ਦੁਸ਼ਮਣ ਨੂੰ ਆਪਣਾ ਬਲ ਸੰਭਾਲ ਕਰਕੇ। ਜੁਗਮ ਹਜ਼ਾਰ ਦੁੱਤੀ ਸੰਗ ਦੀਨੇ, ਹਾਂ 2000 ਸਾਧ ਸੰਗੀ ਦੂਸਰੇ ਪੁੱਤਰ ਨੂੰ ਆਪਣੇ ਫੌਜ ਦੇਣਾ ਕੀਤੀ। ਸਾਵਧਾਨ ਹੈ ਕਹਿ ਪੀਂਦੇ, ਹਾਂ ਸਾਰਿਆਂ ਨੂੰ ਆਪਣੇ ਪੁੱਤਰ ਨੂੰ ਵੀ ਸਾਵਧਾਨ ਕਰਦਾ ਕਿ ਸਾਵਧਾਨੀ ਦੇ ਨਾਲ ਤੁਸੀਂ ਜੰਗ ਕਰਨਾ ਹੈ। ਕਸ਼ਟ ਸੰਸਰ ਆਪਣੇ ਸੰਗ, ਇਸ ਨੇ ਸਾਧ ਸੰਗੀ ਜਿਹੜੀ 6000 ਫੌਜ ਸੀ ਆਪਣੇ ਨਾਲ ਰੱਖੀ, ਕਿਉਂਕਿ 2-2000 ਆਪਣੇ ਪੁੱਤਰਾਂ ਨੂੰ ਫੌਜ ਦਿੱਤੀ। 5000 ਸਾਧ ਸੰਗੀ ਜਿਹੜੀ ਫੌਜ ਸੀ ਉਹਨਾਂ ਨੂੰ 1-1000 ਉਹਨਾਂ ਨੂੰ ਫੌਜ ਦਿੱਤੀ। 5 ਤਾਂ 2 7 5 ਤਾਂ 4 9 ਤੇ 6000 ਫੌਜ ਜਿਹੜੀ ਸੀ 15000 ਦੀ ਗਿਣਤੀ ਸੀ ਕੁੱਲ। 6000 ਜਿਹੜੀ ਫੌਜ ਸੀ ਆਪਣੇ ਨਾਲ ਰੱਖ ਲਏ ਇਸਨੇ। ਅਬਦੁਲ ਖਾਨ ਰੱਖੇ ਤ ਜੰਗ, ਆਪਣੇ ਜੰਗ ਵਾਸਤੇ ਸਾਧ ਸੰਗੀ ਵਾਧੂ ਜਿਹੜੇ ਸੂਰਮੇ ਸਨ ਆਪਣੇ ਨਾਲ ਰੱਖ ਲਏ ਇਸਨੇ। ਹਿਮ ਸੁਗਟਨ ਕੋ ਕਰਿਓ ਵਿਭਾਗ, ਇਸ ਤਰ੍ਹਾਂ ਸਾਰੇ ਸੂਰਮਿਆਂ ਦਾ ਸਾਧ ਸੰਗੀ ਵਿਭਾਗ ਕਰ ਦਿੱਤਾ, ਭਾਗ ਇਹਨਾਂ ਨੂੰ ਅੱਡ ਅੱਡ ਕਰ ਦਿੱਤਾ, ਸੈਨਾਪਤੀ ਥਾਪ ਦਿੱਤਾ। ਹਿਤ ਸੰਗਰਾਮ ਤਾਰ ਅਨੁਰਾਗ, ਇੱਧਰ ਹੁਣ ਸੰਗਰਾਮ ਰਣ ਭੂਮੀ ਦਾ ਸਾਧ ਸੰਗੀ ਆਪਣੇ ਪਿਆਰ ਪ੍ਰੇਮ ਧਾਰ ਕਰਕੇ। ਇਤ ਸਤਿਗੁਰੂ ਕੇ ਟੇਕ ਸੁਧਿਆਈ, ਹਾਂ ਕਹਿਣ ਲੱਗੇ ਇੱਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਦੇ ਪਾਸ ਵੀ ਸੁਧ ਆ ਗਈ ਕਿ ਅਬਦੁਲ ਖਾਨ ਸੂਬੇਦਾਰ ਰਤਨ ਚੰਦ ਤੇ ਕੇਰੜ ਖੱਤਰੀ ਦਾ ਪੁੱਤਰ ਰਤਨ ਚੰਦ ਤੇ ਚੰਦੂ ਦਾ ਪੁੱਤਰ ਕਰਮ ਚੰਦ, ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੂੰ ਖਬਰ ਆਈ ਕਿ ਤੁਹਾਡੇ ਉੱਤੇ ਆਪਣੇ ਇੱਕ ਬੈਰੀ ਨੂੰ ਚਾੜ ਕੇ ਲਿਆਇਆ ਅਬਦੁਲ ਖਾਨ ਸੂਬੇਦਾਰ ਜਲੰਧਰ ਵਾਲੇ ਨੂੰ। ਕਿਆ ਬੈਠੇ ਸੋਜੀ ਨ ਕਾਈ, ਇਹ ਸਤਿਗੁਰੂ ਜੀ ਪਾਤਸ਼ਾਹ ਕਿਉਂ ਬੈਠੇ ਹੋ, ਤੁਹਾਨੂੰ ਸੋਝੀ ਹੀ ਨਹੀਂ ਹੈ। ਤੁਹਾਨੂੰ ਕਿਸੇ ਨੇ ਆ ਕੇ ਸਾਧ ਸੰਗੀ ਗੁਪਤਚਰ ਨੇ ਖਬਰ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਜੀ ਨੂੰ। 10 ਪੰਚ ਸਹੰਸਰ ਜੋਦਾ, ਗਰੀਬ ਨਿਵਾਸ ਜੀ ਪਾਤਸ਼ਾਹ 15000 ਫੌਜ ਚੜ ਕੇ ਜਲੰਧਰ ਤੋਂ ਆ ਗਈ ਹੈ ਤੁਹਾਡੇ ਨਾਲ ਲੜਨ ਵਾਸਤੇ। ਚੜ ਆਇਓ ਤੁਮ ਪਰ ਕਰ ਕ੍ਰੋਧਾ, ਤੁਹਾਡੇ ਉੱਤੇ ਚੜ ਕੇ ਕ੍ਰੋਧ ਧਾਰ ਕੇ ਆ ਗਈ ਹੈ 15000 ਦੀ ਫੌਜ। ਟੋਲ ਅਸ਼ਟ ਬਾਂਦੇ ਸਮੁਦਾਈ, ਉਹਨਾਂ ਨੇ ਅਸ਼ਟ ਜਿਹੜੇ ਟੋਲੇ ਹਨ ਬੰਨ ਦਿੱਤੇ ਹਨ, ਭਾਵ 5 ਜਿਹੜੇ ਹਨ ਉਹਨਾਂ ਦੇ ਵੱਖਰੇ ਹਨ ਸੈਨਾਪਤੀਆਂ ਦੇ, 2 ਟੋਲੇ ਉਹਦੇ ਪੁੱਤਰਾਂ ਦੇ, ਤੀਜਾ ਜਿਹੜਾ 8ਵਾਂ ਟੋਲਾ ਉਹਦਾ ਆਪਣਾ ਹੈ। ਚੜਿਆਏ ਅਬ ਪਰੇ ਧਰਾਈ, ਕਹਿੰਦੇ ਚੜ ਆਏ ਹਨ ਇਹ ਸਤਿਗੁਰੂ ਜੀ ਪਾਤਸ਼ਾਹ, ਬੜਾ ਭਾਰੀ ਜੰਗ ਹੋਵੇਗਾ। ਹੁਜੂ ਤਿਆਰ ਸ਼ਸਤਰ ਸੰਵਾਰੂ, ਤਾਂ ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ ਵੀ ਹਦਾਇਤ ਕਰ ਦਿੱਤੀ ਤਿਆਰ ਪਰ ਤਿਆਰ ਹੋ, ਆਪਣੇ ਆਪਣੇ ਸ਼ਸਤਰ ਸੰਭਾਲਣਾ ਕਰੋ। ਚੀਨ ਤੁਰੰਗਨ ਤੂਰਨ ਡਾਲੋ, ਕਹਿੰਦੇ ਆਪਣੇ ਆਪਣੇ ਘੋੜੇ ਦੇ ਉੱਤੇ ਆਪਣੇ ਕਾਠੀਆਂ ਪਾਣਾ ਕਰੋ, ਤਿਆਰ ਪਰ ਤਿਆਰ ਹੋਵੋ। ਸੁਨ ਸਤਿਗੁਰੂ ਤਬ ਬਾ
ਉਚਾਰੇ। ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਜੀ ਜਦੋਂ ਸੁਣਿਆ ਤਾਂ ਬਾਤ ਉਚਾਰਨਾ ਕੀਤੇ। ਹਰੋ ਸ਼ੀਘਰ ਹੀ ਚੋਗ ਨਗਾਰੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ ਸ਼ੀਘਰ ਹੀ ਸਾਧ ਸੰਗੀ ਨਗਾਰੇ ਉੱਤੇ ਆਪਣੇ ਮੈਦਾਨੇ ਜੰਗ ਵਿੱਚ ਜੰਗ ਵਾਸਤੇ ਰਣ ਭੂਮੀ ਵਿੱਚ ਲੜਨ ਵਾਸਤੇ ਨਗਾਰੇ ਉੱਤੇ ਚੋਟ ਲੱਗ ਗਈ। ਸੱਜੀ ਸੁਭਟ ਸਗਲ ਹੋਏ ਜਾਓ। ਕਹਿੰਦੇ ਉਸੇ ਵੇਲੇ ਸਾਰੇ ਜਿੰਨੇ ਵੀ ਸੁਭਟ ਸਨ ਸੂਰਮੇ ਸਨ ਗਏ ਗਏ ਸ਼ਸਤਰ ਮੋਹਿਟ ਗਿਆ। ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ ਹਦਾਇਤ ਕਰ ਦਿੱਤੀ ਆਪਣੇ ਆਪਣੇ ਸ਼ਸਤਰ ਬਸਤਰ ਘੋੜੇ ਸੰਭਾਲ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਕਹਿਣਗੇ ਸਾਡੇ ਪਾਸ ਆਣਾ ਕਰੋ। ਸੁਣ ਗੁਰੂ ਹੁਕਮ ਜੰਗ ਕੋ ਜਾਣਾ। ਜਦੋਂ ਸਾਡੀ ਗੁਰੂ ਸਾਹਿਬ ਦਾ ਹੁਕਮ ਸੁਣਿਆ ਜੰਗ ਜਾਣਾ ਕੀਤਾ ਸੂਰਮਿਆਂ ਨੇ। ਸੁਭਟ ਸ਼ਸਤਰ ਗਹਿ ਭਈ ਸਾਵਧਾਨਾ। ਕਹਿੰਦੇ ਉਸੇ ਵੇਲੇ ਜਿਹੜੇ ਸੂਰਮੇ ਸਨ ਉਹਨੇ ਸ਼ਸਤਰ ਧਾਰੀ ਹੋ ਕਰਕੇ ਸਾਵਧਾਨ ਹੋ ਗਏ। ਜਟੂ ਗਹਿ ਤੁਫੰਗ ਤਬ ਆਇਓ। ਇੱਕ ਸਾਧ ਸਾਡੀ ਭਾਈ ਜੱਟੂ ਹੈ। ਧਨ ਜੀਓ ਤੇ ਕੋ ਜਗ ਮੈਂ ਹਰ ਜਗ ਧਨ ਜੀਓ ਤੇ ਕੋ ਜਗ ਮੈਂ ਚਿਤ ਮੈਂ ਯੁੱਧ ਵਿਚਾਰੇ। ਕਹਿੰਦੇ ਇਹਨਾਂ ਦੇ ਸੂਰਮੇ ਵੀ ਸਾਧ ਸੰਗੀ ਧਰਮ ਯੁੱਧ ਕਰਨ ਦੀ ਚਾਹ ਹੈ। ਇੱਕ ਭਾਈ ਜੱਟੂ ਸਾਧ ਸੰਗ ਜਿਹੜਾ ਤਖੰਗ ਜਿਹੜਾ ਬੜੀ ਬੰਦੂਕ ਧਾਰੀ ਸੀ ਜਿਹੜਾ ਬਹੁਤ ਬੰਦੂਕ ਚਲਾਉਣ ਦਾ ਬੜਾ ਮੁਹਾਰਤ ਰੱਖਦਾ ਸੀ ਇਹ ਸਤਿਗੁਰੂ ਜੀ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋ ਗਿਆ। ਇੱਕ ਸ੍ਰੀ ਹਰਿਗੋਬਿੰਦ ਆਲਾਇਓ। ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ ਭਾਈ ਜੱਟੂ ਨੂੰ ਦੇਖ ਕਰਕੇ ਕਹਿਣ ਲੱਗੇ ਲਿਹੂ ਸੰਗ ਜੁਗ ਸਤ ਅਸਵਾਰ। ਉਸ ਵੇਲੇ ਸਤਿਗੁਰੂ ਜੀ ਪਾਤਸ਼ਾਹ ਦੇਖੋ ਇੱਕ ਪਾਸੇ ਦਾ ਸਾਧ ਸੰਗ ਜੀ ਉਹ ਹਜ਼ਾਰ ਸੂਰਮਾ ਦੇ ਰਹੇ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਸਾਧ ਸੰਗ ਜੀ 100 ਸਿਰਫ 100 ਸੂਰਮਾ ਸਾਧ ਸੰਗ ਜੀ ਭਾਈ ਜੱਟੂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ਿਸ਼ ਕੀਤਾ। ਹਰੀ ਅਗਾਰੀ ਹੋ ਸੰਭਾਲ। ਹਾਂ ਕਹਿਣ ਲੱਗੇ ਅਗਾਰੀ ਨਾਮ ਜਿੱਧਰ ਤੋਂ ਦੁਸ਼ਮਣ ਦੀ ਫੌਜ ਆ ਰਹੀ ਹੈ ਉੱਧਰ ਜਾ ਕਰਕੇ ਭਾਈ ਜੱਟੂ ਤੂੰ ਸਾਹਮਣੇ ਖੜਨਾ ਕਰ। ਰਾਖੋ ਤੁਪਕ ਤਿਆਰ ਕਰ ਸਾਰੇ। ਹਾਂ ਕਹਿਣ ਲੱਗੇ ਸਾਰੀਆਂ ਤੁਪਕਾਂ ਜਿਹੜੀਆਂ ਤੋਪਾਂ ਹਨ ਛੋਟੀਆਂ ਤੋਪਾਂ ਵੱਡੀਆਂ ਤੋਪਾਂ ਨੂੰ ਤਿਆਰ ਕਰਕੇ ਰੱਖਣਾ ਕਰੋ। ਪਰ ਨੇਰ ਦੇਹੋ ਇੱਕ ਵਾਰ। ਕਹਿੰਦੇ ਜਦੋਂ ਜਿਹੜਾ ਆਪਣੇ ਦੁਸ਼ਮਣ ਹੈ ਨੇੜੇ ਆਵੇ ਇੱਕੋ ਵਾਰ ਸਾਰੀਆਂ ਤੋਪਾਂ ਦੇ ਗੋਲੇ ਕੱਢ ਕੇ ਚਲਾਣਾ ਕਰੋ। ਉਨ ਕਲਿਆਣੇ ਕੀ ਦਸੇਰਾ। ਦੂਸਰਾ ਸਾਧ ਸਾਂਝੀ ਭਾਈ ਕਲਿਆਣਾ ਹੈ ਉਸ ਦੀ ਦਿਸ਼ਾ ਵੱਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ ਦੇਖਣਾ ਜਿਸ ਨੇ ਕਲਿਆਣਾ ਉਹ ਹੈ ਜਿਸ ਨੇ ਸਾਧ ਸੰਗੀ ਧੰਨ ਗੁਰੂ ਅਰਜਨ ਸਾਹਿਬ ਜੀ ਪਾਤਸ਼ਾਹ ਸਿੱਖੀ ਧਾਰੀ ਹੋਈ ਹੈ। ਇਹ ਹਾਜ਼ਰ ਹੋਇਆ ਗੁਰੂ ਹਰਗੋਬਿੰਦ ਸਾਹਿਬ ਦਰਬਾਰ ਵਿੱਚ। 100 ਸਵਾਰ ਦੀਨ ਤੇ ਸੁਬੇਰਾ। ਸਾਧ ਸੰਗੀ 100 ਸਵਾਰ ਦੇਣਾ ਕੀਤਾ। ਇੱਕ ਪਾਸੇ ਸਾਧ ਸੰਗੀ 900 ਵੱਧ ਹੈ ਤੇ ਇੱਕ ਪਾਸੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ 100 ਸਵਾਰ ਦੇ ਰਹੇ ਹਨ। ਤਤਕਾਲ ਤੋਰੇ ਸੋ ਲਗਾਵੋ। ਹਾਂ ਤਤਕਾਲ ਕਹਿੰਦੇ ਤੋੜਿਆਂ ਨੂੰ ਆਪਣੇ ਬੰਦੂਕਾਂ ਦੇ ਜਿਹੜੇ ਪਲੀਤੇ ਲਾਣਾ ਕਰੋ। ਹੋਤਾ ਹੁਤ ਫੰਗੇ ਆਪ ਬਚਾਵੋ। ਹਾਂ ਕਹਿੰਦੇ ਆਪਣੇ ਆਪ ਬਚਾ ਕਰਕੇ ਤੋਪਾਂ ਚਲਾਣੀਆਂ ਕਰੋ ਬੰਦੂਕਾਂ ਚਲਾਣੀਆਂ ਕਰੋ। ਗੁਰੂ ਨਾਨੋ ਇੱਕ ਆਜੁਦ ਤਾਰੀ। ਹਾਂ ਤੀਸਰਾ ਸਾਧ ਸੰਗੀ ਭਾਈ ਨਾਨੂ ਹੈ। ਇਹ ਬੜਾ ਭਾਰੀ ਸ਼ਸਤਰ ਧਾਰੀ ਹੈ ਜਿਹੜਾ ਹਰ ਇੱਕ ਸ਼ਸਤਰ ਦੀ ਮੁਹਾਰਤ ਰੱਖਦਾ ਹੈ। ਸ਼ਤਰੂ ਪ੍ਰਹਾਰਨ ਮੇ ਬਲ ਭਾਰੀ। ਇਹ ਬੜਾ ਭਾਰੀ ਸ਼ਤਰੂ ਨੂੰ ਦੁਸ਼ਮਣ ਨੂੰ ਨਾਸ਼ ਕਰਨ ਵਾਸਤੇ ਇਹ ਵੱਡਾ ਭਾਰੀ ਬਲ ਹੈ। ਇਸ ਕੈ ਸੰਗ 3 ਸੈ ਕੀਨੇ। ਇਹਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ 300 ਸੂਰਮਾ ਦੇਣਾ ਕੀਤਾ। ਅਤੋ ਮਲੇਸ਼ਨ ਕੋ ਬਲ ਪੀਨੇ। ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਕਹਿੰਦੇ ਤੂੰ ਬੜਾ ਭਾਰੀ ਬਲ ਧਾਰੀ ਹੈ ਇਹਨਾਂ ਮਲੇਸ਼ਾਂ ਦਾ ਨਾਸ਼ ਕਰਨਾ ਕਰੋ। ਬਹੁਰ ਪਿਰਾਗਾ ਚੱਲ ਕਰ ਆਇਓ। ਔਰ ਸਾਧ ਸੰਗੀ ਭਾਈ ਪਰਾਗਾ ਇਹ ਚੱਲ ਕੇ ਆ ਗਿਆ। ਸਾਧ ਸੰਗੀ ਭਾਈ ਪਰਾਗੇ ਬਾਰੇ ਮੈਂ ਥੋੜਾ ਜ਼ਿਕਰ ਕਰਾਂ। ਇਹ ਭਾਈ ਗੌਤਮ ਸਾਧ ਸੰਗੀ ਪਿੰਡ ਇਹਨਾਂ ਦਾ ਸਾਧ ਸੰਗੀ ਭਾਈ ਗੌਤਮ ਇਸ ਨੇ ਗੁਰੂ ਨਾਨਕ ਸਾਹਿਬ ਤੋਂ ਸਿੱਖੀ ਧਾਰੀ ਸੀ। ਭਾਈ ਗੌਤਮ ਨੇ ਵੱਡਾ ਬਜ਼ੁਰਗ ਸੀ ਸਾਧ ਸੰਗੀ ਸ਼ਿਬਰ ਜਾਤੀ ਦੇ ਬ੍ਰਾਹਮਣ ਸਨ। ਇਹਦੇ ਤਿੰਨ ਬੱਚੇ ਸਨ। ਇੱਕ ਪੁੱਤਰ ਦਾ ਸਾਧ ਸੰਗੀ ਨਾਮ ਭਾਈ ਪਰਾਗਾ ਇੱਕ ਦਾ ਨਾਮ ਭਾਈ ਪੇਰਾ ਤੇ ਇੱਕ ਇਹਨਾਂ ਦੀ ਸਾਧ ਸੰਗੀ ਲੜਕੀ ਸੀ ਬੀਬੀ ਸਰਸਤੀ। ਇਹਨਾਂ ਦੇ ਸਾਧ ਸੰਗੀ ਅੱਗੇ ਭਾਈ ਗੌਤਮ ਦੇ ਭਾਈ ਪਰਾਗੇ ਦਾ ਸਾਧ ਸੰਗੀ ਪੁੱਤਰ ਹੋਇਆ ਹੀਰਾ ਲਾਲ। ਹੀਰਾ ਨੰਦ ਕਹਿ ਲਓ ਹੀਰਾ ਲਾਲ ਕਹਿ ਲਓ ਇਸ ਤਰ੍ਹਾਂ ਨਾਂ ਸਨ। ਇਹਦੇ ਸਾਧ ਸੰਗੀ ਪੁੱਤਰ ਸਨ ਭਾਈ ਮਤੀ ਦਾਸ ਭਾਈ ਜਤੀ ਦਾਸ ਭਾਈ ਸਤੀ ਦਾਸ ਭਾਈ ਇਹਨਾਂ ਦੇ ਪੁੱਤਰ ਸਨ। ਇਹ ਗੁਰੂ ਸਾਹਿਬ ਦੇ ਸਾਧ ਸੰਗੀ ਗੁਰੂ ਨਾਨਕ ਸਾਹਿਬ ਤੋਂ ਉਹਨਾਂ ਨੇ ਸਿੱਖੀ ਧਾਰੀ ਹੋਈ ਸੀ। ਜਿਹੜੀ ਸਰਸਤੀ ਸੀ ਇਹ ਸਾਧ ਸੰਗੀ ਜੰਮੂ ਕਸ਼ਮੀਰ ਅੜੂਮਲ ਪ੍ਰੋਤ ਨਾਲ ਵਿਆਹੀ ਹੋਈ ਸੀ। ਇਸ ਲੜਕੀ ਤੋਂ ਸਾਧ ਸੰਗੀ 3 ਪੁੱਤਰ ਪੈਦਾ ਹੋਏ। ਇੱਕ ਦਾ ਨਾਮ ਸੀ ਚੇਲਾ ਰਾਮ ਇੱਕ ਦਾ ਨਾਮ ਸੀ ਸਾਧ ਸੰਗੀ ਸਨਮੁਖ ਰਾਮ ਇੱਕ ਦਾ ਨਾਮ ਸੀ ਕਿਰਪਾ ਰਾਮ। ਇਹ ਕਿਰਪਾ ਰਾਮ ਉਹ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ 4 ਸਾਲ ਦੀ ਉਮਰ ਵਿੱਚ ਸੰਸਕ੍ਰਿਤ ਦੀ ਵਿਦਿਆ ਪੜ੍ਹਾਉਂਦਾ ਸੀ।
ਇਸੇ ਕਿਰਪਾ ਰਾਮ ਨੇ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਜਿਹੜੇ ਬ੍ਰਾਹਮਣ ਆਏ ਸਨ 16 ਬ੍ਰਾਹਮਣ 500 ਦਾ ਜਥਾ ਲੈ ਕਰਕੇ ਉਹ ਸਾਧ ਸੰਗਤ ਜੀ ਉਹ ਕਿਰਪਾ ਰਾਮ ਸੀ। ਇਹ ਭਾਈ ਪ੍ਰਾਗੇ ਦੀ ਸਾਧ ਸੰਗਤ ਜੀ ਇਲਾਜ ਸੀ, ਭਾਈ ਗੌਤਮ ਦੀ ਇਲਾਜ ਸੀ। ਇਹ ਭਾਈ ਮਤੀ ਦਾਸ ਭਾਈ ਸਤੀ ਦਾਸ ਉਹ ਸਾਧ ਸੰਗਤ ਜੀ ਖਾਨਦਾਨ ਹੈ। ਇਹ ਭਾਈ ਪ੍ਰਾਗਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਜੰਗੀ ਜਰਨੈਲ ਸੀ। ਇਸ ਨੇ ਇਹ ਹਾਜ਼ਰ ਹੋਇਆ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ। ਕਿਰਪਾ ਦ੍ਰਿਸ਼ਟੀ ਗੁਰ ਦਰਸਾਇਓ। ਜਦੋਂ ਸਾਧ ਸੰਗਤ ਦੀ ਕਿਰਪਾ ਦ੍ਰਿਸ਼ਟੀ ਇਹਦੇ ਉੱਤੇ ਹੋਈ, ਸਤਿਗੁਰੂ ਜੀ ਪਾਤਸ਼ਾਹ ਦਾ ਦਰਸ਼ਨ ਕੀਤਾ ਇਸਨੇ। ਕਰੀ ਪੰਜ ਸਹਿ ਸੂਰਾ ਸੰਗ। ਇਸ ਭਾਈ ਪ੍ਰਾਗੇ ਨੂੰ ਸਾਧ ਸੰਗਤ ਜੀ 500 ਸੂਰਮਾ ਬਖਸ਼ਿਸ਼ ਕੀਤਾ ਸਤਿਗੁਰੂ ਜੀ ਪਾਤਸ਼ਾਹ ਜੀ ਨੇ। ਕਰਿਓ ਕਿ ਰੋਕੋ ਆਗਾ ਜੰਗ। ਹਾਂ ਕਹਿਣ ਲੱਗੇ ਜਾਓ ਜੰਗ ਦਾ ਆਗਾ ਰੁਕਣਾ ਕਰੋ। ਭਾਈ ਪ੍ਰਾਗੇ ਨੂੰ ਹੁਕਮ ਹੋਇਆ। ਸਨਮੁਖ ਮਥਰਾ ਦੇਖਣ ਕਰਿਓ। ਅੱਗੇ ਸਾਧ ਸੰਗਤ ਜੀ ਚੌਥਾ ਆਇਆ ਭਾਈ ਮਥਰਾ, ਜਿਹੜਾ ਮਹਾਨ ਸਾਧ ਸੰਗਤ ਜੀ ਸੂਰਬੀਰ ਹੈ, ਜਿਹੜਾ ਸ਼ਸਤਰਧਾਰੀ ਸ਼ਸਤਰਾਂ ਦੀ ਮੁਹਾਰਤ ਰੱਖਦਾ ਹੈ, ਚਲਾਉਣ ਦੀ ਹਰ ਇੱਕ ਸ਼ਸਤਰ ਦੀ। ਮਹਾਵੀਰ ਬੜ ਆਜੁਦ ਧਰਿਓ। ਹਾਂ ਕਹਿੰਦਾ ਕਿ ਮਹਾਨ ਮਹਾਵੀਰ ਹੈ ਜਿਸਨੇ ਸ਼ਸਤਰਧਾਰੀ ਹੈ, ਸਰਦਬੱਧ ਤਿਆਰ ਪ੍ਰਤਿਆਰ ਹੈ। ਤਾਂ ਕੇ ਸੰਗ 4 ਸਹਿ ਕੋਰਾ। ਉਹਦੇ ਨਾਲ ਸਤਿਗੁਰੂ ਜੀ ਪਾਤਸ਼ਾਹ ਨੇ ਘੋੜਸਵਾਰ 400 ਦੇਣਾ ਕੀਤੇ। ਕਹਿਓ ਹਤੋ ਤੁਰਕਨ ਦਿਓ ਮੋਰਾ। ਕਹਿਣ ਲੱਗੇ ਜਾ ਕੇ ਤੁਰਕਾਂ ਨੂੰ ਮਲੇਸ਼ਾ ਨਾਸ਼ ਕਰਨਾ ਕਰੋ, ਉਹਨਾਂ ਦਾ ਮੂੰਹ ਮੋੜ ਦਿਓ ਇਹ ਭਾਈ ਮਥਰਾ ਜੀ। ਗੁਰੂ ਨਿਕਟ ਪੁਨ ਜਗਨਾ ਕਰਿਓ। ਹਾਂ ਫਿਰ ਸਾਧ ਸੰਗਤ ਜੀ ਪੰਜਵਾਂ ਭਾਈ ਜਗਨਾ ਕੋਲ ਖੜਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਦੇ ਪਾਸ। ਏਕਾ ਧਾਰ ਤਿਸ ਊਰ ਨਿਹਰਿਓ। ਹਾਂ ਉਸ ਦੇ ਉੱਤੇ ਵੀ ਜਦੋਂ ਸਤਿਗੁਰੂ ਜੀ ਪਾਤਸ਼ਾਹ ਨੇ ਸਾਧ ਸੰਗਤ ਦੀ ਕਿਰਪਾ ਕੀਤੀ, ਉਸ ਨੂੰ ਵੀ ਆਪਣੇ ਪਾਸ ਉਹ ਵੀ ਸਤਿਗੁਰੂ ਜੀ ਪਾਤਸ਼ਾਹ ਦੇ ਸਨਮੁਖ ਹਾਜ਼ਰ ਹੋਇਆ। ਇਸ ਕੇ ਸੰਗ ਸੁਪਟ 100 ਕਰੇ। ਉਹਦੇ ਨਾਲ ਸਤਿਗੁਰੂ ਜੀ ਪਾਤਸ਼ਾਹ ਨੇ 100 ਸੂਰਮਾ ਭਾਈ ਮਥਰੇ ਦੇ ਨਾਲ ਕਰਨਾ ਕੀਤਾ। ਅਦੋ ਤੁਫੰਗ ਸ਼ਤਰੂ ਅਰ ਪਰੇ। ਇਹ ਬਚਨ ਕੀਤਾ ਜਾਓ ਆਪਣੀਆਂ ਤੋਪਾਂ ਦੇ ਰਾਹੀਂ ਬੰਦੂਕਾਂ ਦੇ ਰਾਹੀਂ ਮਲੇਸ਼ਾ ਦਾ ਨਾਸ਼ ਕਰਨਾ ਕਰੋ। ਪਰਸ਼ੁਰਾਮ ਸਕਤੂ ਦੋਇ ਆਏ। ਇਹ ਦੋ ਸਾਧ ਸੰਗਤ ਜੀ ਭਾਈ ਪਰਸ਼ੁਰਾਮ ਤੇ ਭਾਈ ਸ਼ਕਤੂ ਇਹ ਦੋ ਸੂਰਮੇ ਗੁਰੂ ਸਾਹਿਬ ਦੇ ਸਨਮੁਖ ਹਾਜ਼ਰ ਹੋਏ। ਪਸੂ ਧਨੁਖ ਸਰੀਰ ਸਜਾਏ। ਇਹਨਾਂ ਨੂੰ ਸਾਧ ਸੰਗਤ ਜੀ ਇਹ ਧਨੁਸ਼ ਵਿਦਿਆ ਦੀ ਬੜੀ ਮਾਹਰ ਰੱਖਦੇ ਸਨ। ਦੋਏ ਪਰਸ਼ੁਰਾਮ ਤੇ ਸਾਧ ਸੰਗਤ ਜੀ ਇਹ ਸ਼ਕਤੂ ਇਹ ਦੋਨੋਂ ਧਨੁਸ਼ ਵਿਦਿਆ ਦੇ ਬੜੇ ਮੁਹਾਰਤ ਸਨ। ਜਿਨ ਕੀ ਬਾਣ ਗਿਨੇ ਪਟ ਮਾਹੀ। ਕਹਿੰਦੇ ਉਹਨਾਂ ਦੇ ਜਿਹੜੇ ਬਾਣ ਸਨ ਪਰਸ਼ੁਰਾਮ ਦੇ ਤੇ ਸਾਧ ਸੰਗਤ ਜੀ ਇਹ ਭਾਈ ਸ਼ਕਤੂ ਦੇ ਕਹਿੰਦੇ ਸੂਰਮੇ ਵਿੱਚ ਬਾਣ ਗਿਣੇ ਹੋਏ ਸਨ। ਜਿੱਥੇ ਉਹਨਾਂ ਦਾ ਤੀਰ ਜਾਂਦਾ ਸੀ ਇੱਕ ਤੋਂ ਨਹੀਂ, ਸਾਧ ਸੰਗਤ ਜੀ ਤੀਰਾਂ ਦੀ ਵਿਛਾੜ ਦੇ ਨਾਲ ਕਈ ਸੂਰਮਿਆਂ ਦੀਆਂ ਛਾਤੀਆਂ ਬਿੰਨ ਦਿੰਦੇ ਸਨ। ਅਤੇ ਸ਼ਤਰੂ ਸੁਭਜਤ ਨਾਹੀ। ਹਾਂ ਕਹਿਣ ਲੱਗੇ ਉਹ ਸਾਧ ਸੰਗਤ ਜੀ ਪਾਣੀ ਵੀ ਸ਼ਤਰੂ ਨਹੀਂ ਸੀ ਮੰਗਦਾ ਐਸੇ ਇੱਕਦਮ ਬਹੁਤ ਦੇ ਘਾਟ ਉਤਾਰ ਦਿੰਦੇ ਸਨ। ਪਰਸ਼ੁਰਾਮ ਸੰਗ 200 ਦੀਨੋ। ਪਰਸ਼ੁਰਾਮ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ 200 ਸੂਰਮਾ ਦੇਣਾ ਕੀਤਾ। ਸ਼ਕਤੂ ਕੋ ਗੁਰਨਿਜ ਸੰਗ ਲੀਨੋ। ਹਾਂ ਭਾਈ ਸ਼ਕਤੂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ ਆਪਣੇ ਸਾਧ ਸੰਗਤ ਜੀ ਨਾਲ ਰੱਖਣਾ ਕੀਤਾ। ਮੌਲਕ ਜਾਤੀ ਮਲਕ ਆਨੰਦਾ। ਇੱਕ ਸਾਧ ਸੰਗਤ ਜੀ ਮੌਲਕ ਜਾਤੀ ਦਾ ਭਾਈ ਮਲਕ ਹੈ, ਜਿਹੜਾ ਮਹਾਨ ਸਾਧ ਸੰਗਤ ਜੀ ਸੂਰਬੀਰ ਹੈ। ਵਿਦਿਆ ਆਦਿ ਕਬੀਰ ਬਲੰਦਾ। ਭਾਈ ਵਿਧੀ ਚੰਦ ਸਾਧ ਸੰਗਤ ਜੀ ਮਹਾਨ ਸੂਰਬੀਰ ਹਨ, ਜਿਹੜੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਦੇ ਅੰਗ ਸੰਗ ਸਦਾ ਰਹਿੰਦੇ ਹਨ। ਇਹ ਸਭ ਰੱਖੇ ਆਪਣੇ ਸੰਗ। ਇਹ ਜਿਹੜੇ ਸੂਰਮੇ ਹਨ ਭਾਈ ਸਾਧ ਸੰਗਤ ਜੀ ਮਲਕ ਭਾਈ ਵਿਧੀ ਚੰਦ ਇਹ ਸੂਰਮੇ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ ਆਪਣੇ ਨਾਲ ਰੱਖ ਲਏ। ਕਰਬੇ ਹੀ ਤ੍ਰਿਪਨ ਸੋ ਜੰਗ। ਰਿਪਨਾਂ ਦੁਸ਼ਮਣਾਂ ਨਾਲ ਜੰਗ ਕਰਨ ਵਾਸਤੇ ਢੋਲ ਅਸ਼ਟ ਜਿਮ ਤੁਰਕ ਬਣਾਏ। ਇਸ ਤਰ੍ਹਾਂ ਸਾਧ ਸੰਗਤ ਜੀ 8 ਟੋਲੇ ਜਿਹੜੇ ਸਨ ਤੁਰਕਾਂ ਨੇ ਬਣਾਉਣਾ ਕੀਤੇ। ਸੁਨ ਕਰ ਆਪਣੇ ਤਥਾ ਚੜਾਏ। ਇਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੇ ਜਿਸ ਤਰ੍ਹਾਂ ਉਹਨਾਂ ਨੇ 8 ਟੋਲੇ ਬਣਾਏ, ਇਸੇ ਤਰ੍ਹਾਂ ਸਤਿਗੁਰੂ ਜੀ ਪਾਤਸ਼ਾਹ ਨੇ 8 ਜਥੇ ਸੂਰਮਿਆਂ ਦੇ ਬਣਾਉਣਾ ਕੀਤੇ। ਸਤਿਗੁਰ ਨਿਜ ਕੀਨ ਸਤਿਆਰੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਮਲੇਸ਼ ਖਾਨਾਂ ਨੂੰ ਖਤਮ ਕਰਨ ਵਾਸਤੇ ਤਿਆਰੀ ਕੀਤੀ ਹੋਈ ਹੈ। ਜਾਪਤ ਤੁਰਕਨ ਦੇਨ ਅਗਾਰੀ। ਜਾਪਤ ਸਾਧ ਸੰਗਤ ਜੀ ਜਾਪਤ ਨਾਮ ਉਹਨਾਂ ਨੂੰ ਜਿਸ ਤਰ੍ਹਾਂ ਜਾਪਤ ਕਹਿੰਦੇ ਨੇ ਕਿਸੇ ਨੂੰ ਪ੍ਰਸ਼ਾਦ ਛਕਾਉਣਾ ਹੋਵੇ, ਕਿਸੇ ਰੋਟੀ ਖਾਣੀ ਹੋਵੇ, ਇੱਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਉਹਨਾਂ ਨੂੰ ਜਾਪਤ ਦੇਣ ਵਾਸਤੇ ਤਿਆਰੀ ਕੀਤੀ ਹੋਈ ਹੈ। ਸਿਮਰਨ ਕੀ ਬੜ ਹੋਈ ਰਕੀਬ। ਇਹ ਸਾਧ ਸੰਗਤ ਜੀ ਕਵੀ ਜੀ ਆਪਣਾ ਅਲੰਕਾਰ ਬੰਦੇ ਨੇ ਕਹਿੰਦੇ ਜਿਹੜੀਆਂ ਸਿਪਰਾਂ ਹਨ, ਜਿਹੜੇ ਢਾਕਾਂ ਹਨ, ਇਹ ਤਾਂ ਰਕੇਬ ਇਹ ਤਾਂ ਥਾਲੀਆਂ ਹਨ ਉਹਨਾਂ ਨੂੰ ਪਰੋਸਣ ਵਾਸਤੇ। ਤੀਰਨ ਖਪਰੀ ਮਨੁ ਜਲੇਬ। ਕਹਿੰਦੇ ਜਿਹੜੇ ਤੀਰ ਹਨ ਖਪਰੇ ਚੌੜੇ, ਆਪਣੇ ਜਿਹੜੇ ਸਾਧ ਸੰਗਤ ਜੀ ਬੜੇ ਬੜੇ ਚੌੜੇ ਤੀਰ ਹਨ, ਉਹ ਕਹਿੰਦੇ ਮਾਨੋ ਉਹਨਾਂ ਨੂੰ ਅਸੀਂ ਜਲੇਬ ਪਰੋਸ ਕੇ ਦੇਣੇ ਹਨ। ਇਹ ਜਿਹੜੇ ਆਪਣੇ ਢਾਲਾਂ ਰੂਪੀ
ਥਾਲ ਹਨ ਉਹਨਾਂ ਵਿੱਚ। ਤਰਵਾਰਨ ਘੇਵਰ ਸਮਝਾਨ। ਕਹਿੰਦੇ ਜਿਹੜੀਆਂ ਤਲਵਾਰਾਂ ਨੇ ਘੇਵਰ ਜਿਹੜਾ ਸਾਧ ਸੰਗਤ ਇੱਕ ਆਪਣੇ ਜਿਹੜੇ ਪੱਕੇ ਭੰਡਾਰੇ ਹਨ ਉਹਨਾਂ ਵਿੱਚ ਘੇਵਰ ਬਣਦੇ ਹਨ, ਉਹ ਵੀ ਜਲੇਬੀਆਂ ਵਰਗੇ ਹੁੰਦੇ, ਬੜੇ ਮਿੱਠੇ। ਕਹਿੰਦੇ ਉਹ ਇੱਕ ਜਿਹੜੇ ਆਪਣੇ ਤੀਰਾਂ ਦੀ ਪਿਛਾੜ ਹੋਵੇਗੀ, ਉਹ ਉਹਨਾਂ ਨੂੰ ਘੇਵਰ ਦਿੱਤੇ ਜਾਣਗੇ। ਤੋਮਰ ਕੇ ਪੁਰ ਬਰਫੀ ਮਾਨ। ਕਹਿੰਦੇ ਤੋਮਰ ਜਿਹੜੇ ਹਨ, ਟੇਢੇ ਤੋਮਰ ਜਿਹੜੇ ਹਨ, ਉਹ ਸਾਧ ਸੰਗਤ ਇਹ ਬਰਫੀ ਜਾਣੀ ਜਾਵੇਗੀ। ਅਨਗਨ ਗੁਲਕਾ ਸ਼ੱਕਰ ਪਾਰੇ। ਕਹਿੰਦੇ ਜਿਹੜੀਆਂ ਗੁਲਕਾਂ ਗੋਲੀਆਂ ਨੇ ਸਾਰੇ ਸ਼ੱਕਰ ਪਾਰੇ ਉਹਨੂੰ ਭੇਟ ਕੀਤੇ ਜਾਣਗੇ। ਜੋਦਾ ਪ੍ਰਾਨ ਪਰੋਸਨ ਹਾਰੀ। ਕਹਿੰਦੇ ਜੋਧੇ ਜਿਹੜੇ ਸਾਡੇ ਸਾਰੇ ਪਰੋਸਣ ਵਾਲੇ ਹਨ। ਤਬ ਭੇਜੋ ਨਾਰੇ ਅਬਦੁਲ ਖਾਨ। ਉਸ ਵੇਲੇ ਸਾਧ ਸੰਗਤ ਅਬਦੁਲ ਖਾਨ ਨੇ ਇੱਕ ਦੂਤ ਭੇਜਣਾ ਕੀਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ। ਗੁਰੂ ਬੁਲਾਓ ਤਦ ਕਰ ਵਤਾਨ। ਤੇ ਅਬਦੁਲ ਖਾਨ ਨੇ ਆਪਣੇ ਦੂਤ ਨੂੰ ਇਹ ਕਿਹਾ ਕਿ ਜੇ ਗੁਰੂ ਆਪਣੇ ਇਸ ਜਗ੍ਹਾ ਤੋਂ ਭੱਜ ਜਾਵੇ, ਇਸ ਜਗ੍ਹਾ ਨੂੰ ਛੱਡ ਜਾਵੇ, ਤਾਂ ਅਸੀਂ ਲੜਾਈ ਨਹੀਂ ਕਰਾਂਗੇ ਉਸ ਦੇ ਨਾਲ। ਸਭ ਅਪਰਾਧ ਮਿਟੇ ਚੱਲ ਜਾਓ। ਕਹਿਣ ਲੱਗੇ ਤੁਸੀਂ ਚਲੇ ਜਾਣਾ ਕਰੋ ਇੱਥੋਂ। ਦੂਤ ਨੂੰ ਕਿਹਾ ਗੁਰੂ ਸਾਹਿਬ ਨੂੰ ਇਸ ਤਰ੍ਹਾਂ ਕਹਿਣਾ ਕਰ ਕਿ ਇੱਥੋਂ ਤੁਸੀਂ ਚਲੇ ਜਾਓ, ਸਾਰੇ ਅਪਰਾਧ ਮਿਟ ਜਾਣਗੇ। ਹਰੂ ਨਨ ਦੂਤ ਬਾਤ ਉਠਾਓ। ਕਹਿਣ ਲੱਗੇ ਤੁਸੀਂ ਨਾ ਜੰਗ ਹੋਵੇਗਾ ਨਾ ਪੱਧਰ ਉੱਠੇਗਾ, ਤੁਸੀਂ ਇਸ ਜਗ੍ਹਾ ਨੂੰ ਛੱਡ ਕੇ ਚਲੇ ਜਾਓ, ਅਸੀਂ ਜੰਗ ਕਰਨ ਨੂੰ ਤਿਆਰ ਨਹੀਂ ਆਏ, ਕਹਿ ਦਿਓ। ਆਇਓ ਦੂਤ ਗੁਰੂ ਕੇ ਤੀਰ। ਉਹ ਸਾਧ ਸੰਗਤ ਦੂਤ ਸੀ ਗੁਰੂ ਸਾਹਿਬ ਦੇ ਪਾਸ ਆਇਆ, ਅਬਦੁਲ ਖਾਨ ਦਾ ਭੇਜਿਆ ਹੋਇਆ। ਦੇਖਤ ਪਇਓ ਤਿਆਰ ਪਟ ਭੀਰ। ਇਸ ਦੂਤ ਨੇ ਆ ਕੇ ਦੇਖਣਾ ਕੀਤਾ ਜਿਹੜੇ ਸੂਰਮਿਆਂ ਨੂੰ ਤਾਂ ਤਿਆਰ ਪਰ ਤਿਆਰ ਹਨ, ਆਪਣੇ ਸ਼ਸਤਰ ਧਾਰੀ ਹੋ ਕਰਕੇ, ਤਿਆਰ ਪਰ ਤਿਆਰ ਹੋ ਕਰਕੇ। ਖੜੇ ਹੋਏ ਕਰ ਬੰਧਨ ਕੀਨ। ਇਸ ਨੇ ਸਾਧ ਸੰਗਤ ਦੂਤ ਸੀ, ਇਸ ਨੇ ਖੜੇ ਹੋ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੂੰ ਨਮਸਕਾਰ ਕੀਤੇ। ਅਬਦੁਲ ਖਾਨ ਸੰਦੇਸ਼ਾ ਦੀਨ। ਇਸ ਨੇ ਸਾਧ ਸੰਗਤ ਅਬਦੁਲ ਖਾਨ ਦਾ ਸੰਦੇਸ਼ ਦੇਣਾ ਕੀਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੂੰ। ਕਿਉਂ ਜਦੋਂ ਵੀ ਸਾਧ ਸੰਗਤ ਜੰਗ ਹੁੰਦਾ ਹੈ ਉਸ ਵੇਲੇ ਇੱਕ ਦੂਤ ਭੇਜਿਆ ਜਾਂਦਾ ਦੋਨਾਂ ਪਾਸਿਆਂ ਤੋਂ। ਇੱਧਰ ਅਬਦੁਲ ਖਾਨ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਨੂੰ ਦੂਤ ਭੇਜਿਆ ਕਿ ਜੰਗ ਬੰਦ ਹੋ ਜਾਵੇਗਾ, ਤੁਸੀਂ ਮੈਦਾਨਾਂ ਆਪਣਾ ਜੋ ਜਗ੍ਹਾ ਇਸ ਨੂੰ ਛੱਡ ਕੇ ਚਲੇ ਜਾਓ ਕਿ ਨੁਕਸਾਨ ਨਹੀਂ ਹੋਵੇਗਾ। ਇਹ ਸਾਧ ਸੰਗਤ ਹੁਣ ਦੂਤ ਕੀ ਕਹੇਗਾ, ਗੁਰੂ ਸਾਹਿਬ ਜੀ ਕੀ ਕਹਿਣਗੇ, ਇਹ ਕੱਲ ਦੇ ਸਾਧ ਸੰਗਤ ਪ੍ਰਸੰਗ ਵਿੱਚ ਆਵੇਗਾ ਤੇ ਕੱਲ ਨੂੰ ਨਾਲ ਜੰਗ ਵੀ ਸ਼ੁਰੂ ਹੋ ਜਾਵੇਗਾ। ਸਤਿਗੁਰੂ ਕੇ ਪਾਤਸ਼ਾਹ ਰਹਿਮਤਾਂ ਕਰਨ, ਬਖਸ਼ਿਆ ਕਰਨ। ਅੱਜ ਦੇ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਕਰਦਿਆਂ ਉਹਨਾਂ ਭੁੱਲਾਂ ਦੀ ਖਿਮਾ ਕਰਨੀ। ਇਹੀ ਅਰਦਾਸ ਬੇਨਤੀ ਕਰੀਏ ਹੈ ਗਰੀਬ ਨਵਾਜ ਆਪ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਡੇ ਹਿਰਦੇ ਵਿੱਚ ਵਸੇ, ਤਾਂ ਸਾਡੇ ਲੋਕ ਸੁਖੀ ਪਰਲੋਕ ਸਵੇਲੇ ਨਾਨਕ ਹਰ ਪ੍ਰਾਪਤ ਮਿਲੇ। आओ आखिरी पंक्ति पढ़ के समाप्ति करिए जी। हरे हुए कर बंधन कीन अब्दुल खान संदेशा दीन। है ज्योत है पार ब्रह्म अविनाशी अगनाश, है पूर्ण है सर्वमय दुख भंजन गुणतास, है संगी है निरंकार है निर्गुण सब टेक, है गोविंद है गुण निधान जाके सदा विवेक, हे अपरंपर हर हरे है पीहो बनहार, हे संत है कैसता संग निधारा आधार, हे ठाकर हो दसरो मैं निर्गुण गुने कोय, नानक तीजा नाम दान रखो ही प्रोय, आए प्रभ शरणागति कृपा नित दयाल, एक अखर हर मन बस्त नानक होत निहाल, वाहिगुरु नाम जहाज है चढ़े सोतरे पार, जो श्रद्धा कर सेम दे गुर पार उतारन हार, जो श्रद्धा कर सेम दे गुर पार उतारन हार। वाहिगुरू जी का खालसा वाहिगुरू जी